जी का खालसा वाहिगुरू जी की फतेह। साहिब सतगुरु श्री गुरु ग्रंथ साहिब जियां दी निगी हजूरी विच बड़े ही प्यार अते सत्कार सहित जुड़ बैठ करके आप जी शाम दे दीवाना दा आनंद मान रहे हो। सुभागा समा सतगुरां ने बख्शिश कीता है। गुरु चरनां दे विच एक एक सवास सफला हो जावे। सतगुरां दी कृपा सदका कल शाम दे दीवाना दे विच आप जियां ने सरवण कीता सी। श्री गुरु तेग बहादुर साहब महाराज आगरे दे बाग दे विच बैठे ने पंज सिखां दे समेत। आदड़ी सतगुरां दे वास्ते मठियाई लैण वास्ते जदों हलवाई दी दुकान ते पहुंचे है बाणीए नूं आखदा है कीमती छाप अंगूठी कोल रख लै गहने दो सेर मठियाई तोल दे। दुकानदार नूं शक होया आखिरकार उन्हें गल छड़ दिती। हुण मठियाई पाउण दे वास्ते कीमती दुशाला के कर दिता। कीमती अंगूठी ते कीमती दुशाला दो चीजां वेख के दुकानदारां नूं आदड़ी ते शक होया इहने किसे राजे महाराजे दी चोरी कीती है। जिस मूर्ख नूं इह नहीं पता मठियाई दे नाल कीमती वस्त्र खराब हो जाएगा, वस्त्र इहदा हो ही नहीं सकता। फड़ के थाने विच पेश कीता कोतवाली। बड़े तरीकिਆਂ ਦੇ ਨਾਲ ਪੁੱਛ ਪ੍ਰਤੀਤ ਹੋਈ ਆਦੜੀ ਦੇ ਕੋਲੋਂ, पर वो इक्को गल ते अड़िया होया बाग दे विच कोई वजीर बैठा है। मैनू भेडां बकरियां चारदे नूं वेख करके उन्होंने करीब बुलाया। इन्ना ही बचन आखिया भाई तू ये शहर दा भेदी है, साडे वास्ते मठियाई लिया दे, भुख लगी है। पर कोतवालां नूं आदड़ी दीयां गल्लां ते विश्वास नहीं हुंदा। उन्हां नूं लगदा ये कोई चोर उचक्का है। इत्थों तक आप जियां ने चल रहे सतगुरां दे पावन प्रसंगां नूं सरवण कीता सी। आओ इस तो अगे की होया। कुछ समा मन चित बिरतियां नूं एकाग्र चित बनाइए। गज वज के प्यार सहित जपो जी सतनाम श्री वाहिगुरू साहिब जी। सतनाम श्री वाहिगुरू साहिब जी। दोहरा सुन अदालती सबिन मह साज लखन के हेत जुगल सिपाही सो कहियो गम नहो संग सुचेत। जिस वेले आदड़ी नूं कोतवाली दे विच बिठाया होया बार बार ओदे तो इक्को गल पुछी जांदी है तू सच दस दे। जे तेरा सच कल नूं किसी होर गल दे विच बदल गया
ਤੈਨੂੰ ਫਾਹੇ ਲਾ ਦਿਆਂਗੇ। ਪਰ ਉਹ ਵਿਚਾਰਾ ਇੱਕੋ ਹੀ ਗੱਲ ਕਹਿੰਦਾ, ਜੀ ਮੇਰੀ ਗੱਲ ਤੇ ਯਕੀਨ ਤੇ ਕਰੋ, ਮੈਂ ਕੋਈ ਚੋਰ ਨਹੀਂ, ਮੈਂ ਇੱਕ ਗਰੀਬ ਇਨਸਾਨ ਆ। ਨਿੱਤ ਇੱਥੇ ਭੇਡਾਂ ਬੱਕਰੀਆਂ ਚਾਰਦਾ, ਮੇਰੀਆਂ ਤੇ ਬੱਕਰੀਆਂ ਅਜੇ ਵੀ ਬਾਗ ਦੇ ਕੋਲੇ ਜੰਗਲ ਵਿੱਚ। ਥੋੜੀ ਦੇਰ ਬਾਅਦ ਕੋਤਵਾਲ ਨੂੰ ਇੰਨਾ ਕੁ ਸ਼ੱਕ ਹੋਇਆ ਵੀ ਹੋ ਸਕਦਾ ਇਹ ਬੰਦਾ ਸੱਚ ਵੀ ਬੋਲਦਾ ਹੋਵੇ। ਉਹਨੇ 2 ਸਿਪਾਹੀ ਆਪਣੇ ਕੋਲ ਬੁਲਾਏ, ਸਿਰਫ ਇਸ ਕਰਕੇ ਵੀ ਸੂਹ ਲਈ ਜਾਏ। ਜੇ ਤੇ ਫੌਜਾਂ ਭੇਜਦਾ ਤੇ ਔਖਾ ਕੰਮ ਹੈ। ਇੱਥੋਂ ਤੇ ਥਾਣੇਦਾਰ ਫੌਜਾਂ ਫੜਨ ਵਾਸਤੇ ਭੇਜਦੇ, ਅੱਗੋਂ ਸੱਚਮੁੱਚ ਕੋਈ ਔਰੰਗਜ਼ੇਬ ਦਾ ਵਜ਼ੀਰ ਨਿਕਲ ਆਏ, ਨੌਕਰੀ ਜਾਏ, ਖਤਰਾ ਹੈ। 2 ਸਿਪਾਹੀ ਸਿਆਣੇ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਨਾਲ ਕੋਤਵਾਲ ਅੱਜ ਮਸ਼ਵਰਾ ਕਰਦਾ ਏ। ਜੋ ਪਈ ਉਪਬਨ ਵਿਖੇ ਜਾਹੋ ਇਸ ਸੰਗ, ਪਿਖੋ ਤਹਾਂ ਅਸ਼ਵਾਰਨ ਢੰਗ। ਉਹਨਾਂ ਨੂੰ ਆਖਦਾ ਏ ਸਾਦਗੀ ਦੇ ਵਸਤਰਾਂ ਦੇ ਵਿੱਚ ਤੁਸੀਂ ਬਾਗ ਵਿੱਚ ਜਾਓ। ਇਹ ਆਪਣਾ ਲਿਬਾਸ ਪਹਿਰਾਵਾ ਪੁਲਿਸ ਵਾਲਾ ਪਾ ਕੇ ਨਹੀਂ ਜਾਣਾ, ਸਾਦਗੀ ਦੇ ਕੱਪੜੇ। ਕਿਉਂਕਿ ਇੰਟੈਲੀਜੈਂਸ ਜਦ ਵੀ ਕਿਸੇ ਦੇਸ਼ ਦੀ ਜਾਵੇ ਸੂਹ ਲੈਣ ਵਾਸਤੇ, ਉਹ ਕਦੇ ਆਪਣੀ ਡਰੈਸ ਵਿੱਚ ਨਹੀਂ ਹੁੰਦੀ। ਉਹਨਾਂ ਦਾ ਡਰੈਸ ਕੋਡ ਸਿਵਲ ਹੁੰਦਾ ਹੈ, ਬਿਲਕੁਲ ਸਿੰਪਲ ਜਿਹਾ। ਇੱਥੇ ਇੱਕੋ ਹੀ ਕੋਡ ਰੱਖਿਆ ਗਿਆ, ਆਮ ਕੱਪੜਿਆਂ ਦੇ ਵਿੱਚ, ਵਸਤਰਾਂ ਦੇ ਵਿੱਚ ਤੁਸੀਂ ਜਾਣਾ। ਉੱਥੋਂ ਦੀ CID, ਉੱਥੋਂ ਦਾ ਭੇਦ ਸਾਰਾ ਲੈ ਕੇ ਆਉਣਾ ਏ। ਨਾਉ ਗਾਉ ਬੁਝ ਹੋ ਸਭ ਭਾਂਤੀ, ਆਵਨ ਜਾਨ ਕਹਾਂ ਕੋ ਜਾਤੀ। ਜਿਹੜੇ ਵਜ਼ੀਰ ਆਏ ਨੇ ਪਹਿਲਾਂ ਉਹਨਾਂ ਤੋਂ ਪੁੱਛਣਾ ਹੈ ਵੀ ਉਹ ਆਏ ਵੀ ਨੇ ਸੱਚ, ਪਹਿਲਾਂ ਤੇ ਵੇਖਣਾ ਹੈ, ਤੇ ਫੇਰ ਪੁੱਛਿਓ ਆਏ ਕਿੱਥੇ ਤੋਂ ਨੇ, ਜਾਣਾ ਕਿੱਥੇ ਹੈ, ਉਹਨਾਂ ਦਾ ਡੈਜਿਗਨੇਸ਼ਨ ਅਹੁਦਾ ਕੀ ਹੈ। ਜਿੰਨੀ ਦੇਰ ਤੱਕ ਉਹਦਾ ਨਹੀਂ ਪਤਾ ਲੱਗਦਾ ਉਹ ਕਿਹੜੇ ਨੇ, ਕੌਣ ਨੇ, ਕਿੱਦਾਂ ਨੇ, ਕੋਈ ਇਨਕੁਆਰੀ ਨਹੀਂ ਖੁੱਲ ਸਕਦੀ, ਭੇਦ ਲਿਆ ਜਾ ਨਹੀਂ ਸਕਦਾ। ਇਸ ਥਲ ਕੇ ਹੋਏ ਹੈ ਸਰਦਾਰ, ਨਾਹੇ ਤਾਂ ਲਖੇ ਪਰਹੇ ਬਟ ਪਾਰ। ਜੇ ਤੇ ਉਹਨਾਂ ਸਰਦਾਰਾਂ ਦਾ ਭੇਦ ਆ ਜੀ, ਉਹ ਕਿੱਥੋਂ ਆਏ ਨੇ, ਕਿੱਥੇ ਜਾਣਗੇ, ਉਹਨਾਂ ਦਾ ਹੁਲੀਆ ਕੀ ਹੈ। ਜਿਵੇਂ ਅੱਜ ਦੇ ਸਮੇਂ 'ਚ ਇੰਡੀਅਨ ਲੋਕਾਂ ਦਾ ਹੁਲੀਆ ਆਧਾਰ ਕਾਰਡ ਹੈ, ਸਭ ਕੁਝ ਪਤਾ ਲੱਗ ਜਾਂਦਾ ਹੈ। ਅੱਖਾਂ ਦੀ ਰੈਟੀਨਾ ਤੋਂ, ਹੱਥ ਦੇ ਫਿੰਗਰਪ੍ਰਿੰਟ ਤੋਂ ਇਹ ਬੰਦਾ ਕੌਣ ਹੈ, ਇਹਦਾ ਪਿੰਡ ਕਿਹੜਾ, ਇਲਾਕਾ ਕਿਹੜਾ ਹੈ। ਉਹਨਾਂ ਸਮਿਆਂ ਦੇ ਵਿੱਚ ਥਾਣਿਆਂ ਦੇ ਵਿੱਚ ਹੂਬਹੂ ਇਦਾਂ ਦੇ ਕਾਰਡ ਬਣੇ ਹੁੰਦੇ ਸੀ ਜਿਨ੍ਹਾਂ ਦਾ ਨਾਂ ਸੀ ਉਹਨਾਂ ਸਮਿਆਂ ਦਾ, ਜਿਨ੍ਹਾਂ ਨੂੰ ਲੋਕ ਪਹਿਰਾਵਾ ਵੀ ਕਹਿੰਦੇ ਸੀ, ਹੁਲੀਆ ਵੀ ਕਹਿੰਦੇ ਸੀ। ਕਹਿੰਦੇ ਜਾ ਕੇ ਚੈੱਕ ਕਰੋ ਇਹ ਲੋਕ ਹਿੰਦੁਸਤਾਨ ਦੇ ਨੇ। ਇਹ ਸਰਦਾਰ ਕਿੱਥੋਂ ਨੇ? ਜਿਹੜੇ ਇਮਾਨਦਾਰ ਲੋਕ ਹੋਣਗੇ ਉਹਨਾਂ ਦੀ ਪਹਿਚਾਣ ਤੇ ਸਾਡੇ ਕੋਲ ਬਰਕਰਾਰ ਹੈ। ਜੇ ਇਮਾਨਦਾਰ ਨਹੀਂ ਹੋਣਗੇ, ਠੱਗ ਚੋਰ ਹੋਣਗੇ, ਪਤਾ ਉਹਨਾਂ ਦਾ ਵੀ ਲੱਗ ਜਾਣਾ। ਕਾਰਵਾਈ ਉਸ ਤਰੀਕੇ ਨਾਲ ਕੀਤੀ ਜਾਏਗੀ। ਤੇ ਇਹ ਵੀ ਧਿਆਨ ਵਿੱਚ ਰੱਖਿਓ ਕਿਤੇ ਅੱਗੋਂ ਉਹ ਵੀ ਵੱਡੇ ਅਹੁਦੇ ਵਾਲੇ ਨਾ ਹੋਣ। ਪ੍ਰੋਪਰ ਜਾਣਕਾਰੀ ਲੈ ਕੇ ਆਉਣੀ ਹੈ। ਮਾਲ ਖਸੋਟਨ ਕਿਸ ਕੋ ਆਏ, ਬੈਠ ਵਹਿਰ ਜਿਨ ਅਸਨ ਮੰਗਾਏ। ਕਹਿੰਦੇ ਜੇ ਤੇ ਉਹ ਹੁੰਦੇ ਰਾਜੇ ਮਹਾਰਾਜੇ, ਸ਼ੱਕ ਹੈ, ਕਿਉਂਕਿ ਸ਼ੱਕ ਦੇ ਆਧਾਰ ਤੇ ਕਦੇ ਵੀ ਕੋਈ ਪੁਲਿਸ ਹੋਵੇ, ਕੋਰਟ ਹੋਵੇ, ਵਕੀਲ ਹੋਣ, ਕੇਸ ਦਾਇਰ ਕਰਦੇ ਸ਼ੱਕ ਦੇ ਆਧਾਰ ਤੇ। ਜਦੋਂ ਸ਼ੱਕ ਹੋ ਜੇ ਤੇ ਫਿਰ ਸਬੂਤਾਂ ਦੀ ਭਾਲ ਹੁੰਦੀ ਹੈ, ਖੋਜ ਹੁੰਦੀ ਹੈ। ਕਹਿੰਦੇ ਜੇ ਤੁਹਾਨੂੰ ਸ਼ੱਕੀ ਬੰਦੇ ਲੱਗੇ, ਪਹਿਲਾ ਤੇ ਸ਼ੱਕ ਇਹੀ ਹੈ ਵੀ ਜੇ ਹੁੰਦੇ ਰਾਜੇ ਮਹਾਰਾਜੇ ਕਿਲੇ ਚ ਆਉਂਦੇ, ਬਾਹਰ ਕਿਉਂ ਬੈਠੇ ਨੇ? ਜੇ ਬਾਹਰ ਬੈਠੇ ਨੇ ਨਾਲ ਸਾਥੀ ਨੇ ਤੇ ਫਿਰ ਆਪਣਾ ਬੰਦਾ ਉਹਨਾਂ ਨੇ ਕਿਉਂ ਨਹੀਂ ਭੇਜਿਆ ਖਾਣਾ ਲਿਆਉਣ ਵਾਸਤੇ? ਇਹੋ ਜਿਹੇ ਕੰਮ ਤੇ ਕੋਈ ਚੋਰ ਕਰ ਸਕਦਾ ਹੈ। ਜਿਹਨੇ ਕਿਸੇ ਰਾਜੇ ਮਹਾਰਾਜੇ ਦੀ ਚੋਰੀ ਕੀਤੀ ਹੈ, ਉਹ ਪੁਲਿਸ ਤੇ ਫੌਜ ਦੇ ਡਰ ਤੋਂ ਦੂਰ ਲੁਕਿਆ ਬੈਠਾ ਏ। ਜਿਮ ਭਾਜਹਿ ਨਹਿ ਸੋ ਗਤ ਕੀਜੈ, ਭੇਦ ਮధుਰ ਬਾਕਨ ਤੇ ਲੀਜੈ। ਮਿੱਠੇ ਮਿੱਠੇ ਜਾ ਕੇ ਬੋਲ ਬੋਲਿਓ, ਆਪਣਾ ਤੁਸੀਂ ਭੇਦ ਨਾ ਦਿਓ। ਤੇ ਫੇਰ ਉਹਨਾਂ ਨੂੰ ਇਹ ਪੁੱਛਣਾ ਹੈ ਵੀ ਇੱਥੇ ਕਿਉਂ ਆਏ, ਆਉਣ ਦਾ ਕਾਰਨ ਕੀ ਹੈ। ਕਹਿੰਦੇ ਜਦੋਂ ਤੁਹਾਡਾ ਸ਼ੱਕ ਪ੍ਰਬਲ ਹੋ ਗਿਆ, ਸ਼ੱਕ ਪੱਕਾ ਹੋ ਗਿਆ, ਫਿਰ ਘੇਰਾ ਪਾ ਲਿਓ। ਕਿਉਂਕਿ ਬਿਨਾਂ ਸਬੂਤ, ਬਿਨਾਂ ਪ੍ਰੂਫ, ਬਿਨਾਂ ਸ਼ੱਕ ਤੋਂ ਕਿਸੇ ਵੀ ਦੇਸ਼ ਵਿੱਚ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ।
ਕਿਸੇ ਪੁਲਿਸ ਵਾਲੇ ਕੋਲ ਵੀ ਇਹ ਅਧਿਕਾਰ ਨਹੀਂ ਹੁੰਦਾ ਉਹ ਬਿਨਾਂ ਸ਼ੱਕ ਤੋਂ ਬਿਨਾਂ ਆਧਾਰ ਤੋਂ ਤੁਹਾਨੂੰ ਰੋਕ ਸਕੇ। ਤੇ ਅੱਜ ਇਹਨਾਂ ਨੂੰ ਇਹ ਸਖਤ ਹਦਾਇਤਾਂ ਸਖਤ ਆਦੇਸ਼ ਕੋਤਵਾਲੀ ਥਾਣੇਦਾਰ ਦੇ ਰਿਹਾ ਹੈ ਹਸਨ ਅਲੀ। ਕਹਿੰਦਾ ਪਹਿਲਾਂ ਤੇ ਮਿੱਠੀਆਂ ਗੱਲਾਂ ਕਰਿਓ, ਇੱਕ ਬੰਦਾ ਆ ਕੇ ਇਤਲਾਹ ਦੇ ਦਿਓ, ਅਸੀਂ ਪਿੱਛੋਂ ਫੌਜ ਦਾ ਇੰਤਜ਼ਾਮ ਕਰਾਂਗੇ। ਜੇ ਤੇ ਸ਼ੱਕੀ ਚੋਰ ਹੋਏ ਫਿਰ ਤੇ ਸਜ਼ਾ ਦੇਾਂਗੇ। ਇੱਕ ਤਹਿ ਰਹੋ ਸ਼ੀਗਰ ਇੱਕ ਆਵੇ, ਜਥਾ ਹੋਏ ਤਿਮ ਆਨ ਸੁਨਾਵੇ। ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੀ ਪਹਿਚਾਣ ਨਹੀਂ ਹੁੰਦੀ ਉਹ ਕੌਣ ਨੇ ਜਿਹੜੇ ਬਾਗ ਤੋਂ ਬਾਹਰ ਬੈਠੇ ਨੇ, ਉਨੀ ਦੇਰ ਤੱਕ ਇਹ ਆਜੜੀ ਨੂੰ ਹਿਰਾਸਤ ਤੋਂ ਬਾਹਰ ਨਹੀਂ ਜਾਣ ਦੇਣਾ। ਸਾਡੇ ਕੋਲ ਇੱਕੋ ਹੀ ਜਿਉਂਦਾ ਜਾਗਦਾ ਸਬੂਤ ਹੈ ਜਿਹਦੇ ਕੋਲ ਇੰਨਾ ਕੁਝ ਪ੍ਰਾਪਤ ਹੋਇਆ ਹੈ, ਕੀਮਤੀ ਅੰਗੂਠੀ ਤੇ ਕੀਮਤੀ ਵਸਤਰ। ਇਹ ਇਸ ਬੰਦੇ ਦਾ ਨਹੀਂ, ਇਹ ਤੇ ਹੁਣੀ ਮੰਨ ਗਿਆ ਇਹ ਕਿਸੇ ਦਾ ਮੈਂ ਲੈ ਕੇ ਆਇਆ। ਜੇ ਕਿਸੇ ਦਾ ਲੈ ਕੇ ਆਇਆ ਅੱਗੋਂ ਦੇਣ ਵਾਲਾ ਨਾ ਹੋਇਆ ਫਿਰ ਤੇ ਇਹੀ ਚੋਰ ਹੈ। ਜੇ ਉਹ ਵਸਤੂ ਦੇਣ ਵਾਲੇ ਹੋਏ ਹੋ ਸਕਦਾ ਉਹ ਵੀ ਚੋਰ ਹੋਣ। ਜੇ ਉਹ ਰਾਜੇ ਮਹਾਰਾਜੇ ਹੁੰਦੇ ਤੇ ਐਦਾਂ ਦੂਰ ਬਹਿ ਕੇ ਇੱਕ ਸੜੇ ਜੇ ਬੰਦੇ ਤੋਂ ਇੰਨਾ ਕੁਝ ਨਾ ਮੰਗਾਉਂਦੇ। ਹੁਣ ਇਹ ਸਮੇਂ ਦੀ ਪੁਲਿਸ ਸਮੇਂ ਦੀ ਕੋਤਵਾਲੀ ਆਪਣੇ ਬੰਦਿਆਂ ਨੂੰ ਤਿਆਰ ਕਰ ਰਹੀ ਹੈ। ਕਹਿੰਦੇ ਤੁਸੀਂ ਇਹ ਕੰਮ ਕਰਨਾ ਹੈ ਸੂਈ ਦੇ ਨੱਕੇ ਵਾਂਗ। ਉਹਨਾਂ ਸਰਦਾਰਾਂ ਨੂੰ ਤੁਹਾਡੇ ਤੇ ਸ਼ੱਕ ਨਾ ਹੋਵੇ। ਕਰਿਓ ਅਗਾਰੀ ਤਬਹਿ ਅਯਾਲੀ, ਚਲੇ ਸਿਪਾਹੀ ਸਾਥ ਉਤਾਲੀ। ਦੋ ਸਿਪਾਹੀਆਂ ਨੂੰ ਕਹਿ ਦਿੱਤਾ ਆਜੜੀ ਨੂੰ ਨਾਲ ਰੱਖੋ, ਤੇ ਆਜੜੀ ਨੂੰ ਕਿਹਾ ਬਿਨਾਂ ਗੱਲ ਤੋਂ ਮੂੰਹ ਨਹੀਂ ਖੋਲਣਾ, ਤੂੰ ਚੁੱਪ ਰਹਿਣਾ। ਇਹੀ ਭੇਦ ਹੁੰਦੇ ਨੇ ਪੁਲਿਸ ਦੇ। ਭਾਵੇਂ ਬੰਦਾ ਸੱਚਾ ਭਾਵੇਂ ਝੂਠਾ ਹੈ, ਕੋਰਟ ਕਚਹਿਰੀ ਵਿੱਚ ਵੀ ਦਾਬੇ ਮਾਰਦੇ। ਜੇ ਬਿਆਨ ਦਿੱਤਾ ਖਿਲਾਫ ਤੇ ਵੇਖ ਲਈ। ਕਈ ਵਾਰ ਬੰਦਾ ਸੱਚਾ ਵੀ ਹੁੰਦਾ ਤਾਂ ਵੀ ਕਹਿੰਦਾ ਮੇਰੀ ਜਾਨ ਛੱਡੋ, ਜਿਹੜਾ ਮਰਜ਼ੀ ਪਰਚਾ ਕਰ ਦਿਓ, ਜਿਹੜਾ ਮਰਜ਼ੀ ਕੇਸ ਪਾ ਦਿਓ, ਧਾਰਾ ਲਾ ਦਿਓ। ਆਜੜੀ ਵਿਚਾਰਾ ਚੁੱਪ ਜਿਹਾ ਨਾਲ ਤੁਰ ਪਿਆ, ਸਿਪਾਹੀ ਨਾਲ ਲੈ ਕੇ ਜਾ ਰਹੇ ਨੇ। ਉਹਨੂੰ ਡਰਦਾ ਭੱਜ ਤੇ ਕਿਤੇ ਸਕਦਾ ਨਹੀਂ। ਉਹਨੂੰ ਫਿਕਰ ਪਿਆ ਮੇਰੀਆਂ ਬੱਕਰੀਆਂ ਨੂੰ ਕਿਤੇ ਉਹ ਵਜ਼ੀਰ ਸਰਦਾਰ ਹੀ ਨਾ ਲੈ ਜਾਣ, ਮੈਨੂੰ ਕਿਤੇ ਇੱਥੇ ਫਸਾ ਜਾਣ। ਖੜਗ ਸਿਪਰ ਜਿਨ ਧਾਰਨ ਕੀਨ, ਉਪਵਨ ਕੋ ਗਮਨੇ ਸੰਗਲੀਨ। ਸਿਪਾਹੀਆਂ ਨੇ ਆਮ ਸਿੰਪਲ ਜੇ ਸਾਦੇ ਬਸਤਰ ਪਾਏ ਹੋਏ ਨੇ, ਮੋਢਿਆਂ ਤੇ ਢਾਲ ਲਾਈ ਹੋਈ ਹੈ, ਇੱਕ ਇੱਕ ਕਿਰਪਾਨ ਹੈ, ਹਥਿਆਰ ਕੋਲੇ ਹੈ। ਵੀ ਜੇ ਚੋਰ ਲੁਟੇਰੇ ਹੋਏ ਤੁਹਾਡੇ ਤੇ ਵਾਰ ਕਰਨਗੇ, ਆਪਣਾ ਆਪ ਸੰਭਾਲ ਕੇ ਜਾਇਓ। ਰਸਤੇ 'ਚ ਤੁਰੇ ਆਉਂਦੇ ਆਜੜੀ ਨੂੰ ਪੁੱਛਦੇ ਨੇ, ਕਹਿੰਦੇ ਚੱਲ ਜੀ ਤੂੰ ਕੋਤਵਾਲ ਕੋਲ ਨਹੀਂ ਮੰਨਿਆ, ਸਾਨੂੰ ਸੱਚ ਦੱਸ ਦੇ, ਤੈਨੂੰ ਛੱਡ ਦਿਆਂਗੇ, ਤੈਨੂੰ ਛਡਾ ਦਿਆਂਗੇ। ਆਵਤ ਦੇਖ ਦੂਰ ਤੇ ਜਵੈ, ਮਤੀ ਦਾਸ ਇਮ ਬੋਲਿਓ ਤਵੈ। ਇੱਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਭਾਈ ਗੁਰਦਿੱਤਾ ਜੀ, ਯੁੱਧਾ ਜੀ, ਇਹ ਸਾਰੇ ਸਿੱਖ ਬੱਕਰੀਆਂ ਦਾ ਧਿਆਨ ਰੱਖ ਕੇ ਬੈਠੇ ਨੇ। ਕਹਿੰਦੇ ਐਨੇ ਨੂੰ ਜੰਗਲ ਤੋਂ ਦੂਰ ਥੋੜੀ ਜੀ ਕਰੀਬੀ ਤੇ ਇਹ ਦੋ ਸਿਪਾਹੀ ਆਜੜੀ ਨੂੰ ਲੈ ਕੇ ਆ ਰਹੇ। ਨਜ਼ਰ ਪੈ ਗਈ ਗੁਰਾਂ ਦੇ ਦੀਵਾਨ ਭਾਈ ਮਤੀ ਦਾਸ ਦੀ। ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ। ਕਹਿੰਦੇ ਆਜੜੀ ਗਿਆ ਸੀ ਕੱਲਾ, ਦੋ ਨੂੰ ਲਈ ਆਉਂਦਾ ਹੈ ਕੀ ਗੱਲ ਹੈ? ਸਿੱਖ ਆਪਸ ਵਿੱਚ ਇਕੱਠੇ ਹੋਏ ਇਹਨਾਂ ਦਾ ਰਸਤਾ ਵੇਖਦੇ ਨੇ। ਪਠਿਓ ਆਪ ਕੋ ਆਵਤ ਸੋਈ, ਆਨਿਓ ਆਸਨ ਪੇ ਨਾਹਿਨ ਜੋਈ। ਭੱਜ ਕੇ ਸਿੱਖ ਸਤਿਗੁਰਾਂ ਦੇ ਕੋਲ ਆਏ। ਕਹਿੰਦੇ ਮਹਾਰਾਜ ਆਪ ਜੀ ਦਾ ਭੇਜਿਆ ਹੋਇਆ ਆਜੜੀ ਤੇ ਆ ਗਿਆ, ਪਰ ਲੱਗਦਾ ਖੈਰੀਅਤ ਨਹੀਂ। ਕਿਉਂ? ਉਹ ਮਠਿਆਈ ਭੋਜਨ ਲੈ ਕੇ ਨਹੀਂ ਆਉਂਦਾ ਲੱਗਦਾ। ਖੋ ਸਤਨਾਮ। ਅੰਦਾਜ਼ਾ ਤੇ ਸਿੱਖਾਂ ਨੇ ਲਾ ਲਿਆ, ਕਿਉਂਕਿ ਸਤਿਗੁਰਾਂ ਨੇ ਸੁਭਾਅ ਜਿਹੜਾ ਬਦਲਿਆ ਹੈ, ਵਤੀਰਾ ਚੋਜ ਸਤਿਗੁਰਾਂ ਦੇ ਅੱਗੇ ਨਾਲੋਂ ਖੇਡਾਂ ਅਲੱਗ ਸੀ। ਅੱਜ ਸਿੱਖ ਕਹਿਣ ਲੱਗੇ ਮਤੀ ਦਾਸ ਮਹਾਰਾਜ ਮੈਨੂੰ ਫਰਕ ਜਿਹਾ ਲੱਗਦਾ ਹੈ ਵੀ ਆਜੜੀ ਦੇ ਹੱਥ ਦੇ ਵਿੱਚ ਨਾ ਤੇ ਮਠਿਆਈ ਹੈ, ਨਾ ਉਹਦੇ ਹੱਥ ਵਿੱਚ ਦਿੱਤਾ ਹੋਇਆ ਵਸਤਰ ਹੈ, ਉਹ ਤੇ ਖਾਲੀ ਹੱਥ ਆਉਂਦਾ ਏ। ਸਭਿਨ ਸੁਨਾਵਤ ਸਤਿਗੁਰ ਕਹਿਓ, ਆਵਤ ਉਹੀ ਠੀਕ ਤੁਮ ਲਹਿਓ। ਸਤਿਗੁਰ ਕਹਿੰਦੇ ਮਤੀ ਦਾਸ ਠੀਕ ਆਖਿਆ ਭਾਈ ਤੁਸੀਂ, ਗੁਰੂ ਸਾਹਿਬ ਜੀ ਦਾ ਬਚਨ ਹੈ। ਮਰਦੇ ਕਹਿੰਦੇ ਆਜੜੀ ਤੇ ਉਹੀ ਹੈ। ਇਹ ਬੜਾ ਕਾਲਾ ਤੁਰਿਆ ਹੁੰਦਾ ਹੈ। ਕਾਲੇ ਤੋਂ ਭਾਵ ਬੜਾ ਫਾਸਟ, ਬੜਾ ਤੇਜ਼ ਗਿਆ ਸੀ, ਹੋਰ ਤਰੀਕੇ ਨਾਲ ਆਉਂਦਾ, ਹੋਰ ਤਰੀਕੇ ਨਾਲ। ਕਿਉਂਕਿ ਜਦੋਂ ਬੰਦਾ ਆਜ਼ਾਦ ਹੋਵੇ, ਆਜ਼ਾਦ ਸੋਚ ਹੋਵੇ, ਉਹਦੀ ਚਾਲ ਹੋਰ ਤਰੀਕੇ ਦੀ ਹੁੰਦੀ ਹੈ।
ਜਦੋਂ 4 ਬੰਦਿਆਂ ਦੇ ਪ੍ਰੈਸ਼ਰ ਥੱਲੇ ਹੋਵੇ ਉਦੋਂ ਬੰਦੇ ਦੇ ਤੁਰਨ ਦਾ ਤਰੀਕਾ ਤੇ ਸਲੀਕਾ ਜਿਹਾ ਹੀ ਲੱਗ ਹੁੰਦਾ ਹੈ। ਘਬਰਾਇਆ ਜਾ, ਚਿਹਰਾ ਮੁਰਝਾਇਆ ਹੋਇਆ ਹੈ, ਹੌਲੀ ਹੌਲੀ ਵਿੱਚ ਵਿਚਾਲੇ ਇਹ ਤੁਰਿਆ ਆਉਂਦਾ ਏ। ਤਉ ਜਾਣਿਆ ਹੈ ਬਨਿਓ ਕਸੂਤ, ਆਨੇ ਸੰਗ ਦੋਏ ਜਮਦੂਤ। ਸਤਿਗੁਰ ਕਹਿੰਦੇ ਭਾਈ ਸਿੱਖੋ ਲੱਗਦਾ ਕੋਈ ਕੰਮ ਕਸੂਤ ਕਸੂਤਾ ਹੋ ਗਿਆ। ਆਪੇ ਖੇਠਾਂ ਵਰਤਾਉਣ ਵਾਲੇ ਨੇ, ਆਪੇ ਜੱਗ ਨੂੰ ਭਰਮਾਉਣ ਵਾਲੇ ਨੇ। ਜਿਵੇਂ ਪੰਜਾਬੀ ਦੇ ਲੋਕ ਕਹਿੰਦੇ ਨੇ ਆਪਾਂ ਤੇ ਚੰਗਾ ਜਿਹਾ ਕੰਮ ਕਰਦੇ ਸੀ, ਆਹ ਕੀ ਪੰਗਾ ਪੈ ਗਿਆ, ਪੁੱਠਾ ਕੰਮ ਕੀ ਹੋ ਗਿਆ। ਗੁਰੂ ਜੀ ਕਹਿੰਦੇ ਭਾਈ ਇਹ ਕੰਮ ਕਸੂਤਾ ਹੋਇਆ ਲੱਗਦਾ ਹੈ। ਕਸੂਤਾ ਪੰਜਾਬੀ ਪੰਜਾਬ ਦਾ ਸ਼ਬਦ ਹੈ। ਉਲਝਿਆ ਜਾ ਕੰਮ, ਐਸਾ ਮਸਲਾ ਜਿਹਦੇ ਬਾਰੇ ਪਤਾ ਹੀ ਨਾ ਹੋਵੇ ਸਿਰ ਦਾ ਵੀ ਗੱਲ ਕੀ ਹੈ। ਕਸੂਤਾ ਜਪ, ਕਸੂਤਾ ਕੰਮ ਉਹ ਚੀਜ਼ ਨੂੰ ਕਿਹਾ ਜਾਂਦਾ ਹੈ ਉਹ ਤੁਹਾਡੇ ਨਾਲ ਗਿਆ ਪਰ ਤੁਹਾਨੂੰ ਉਹਦੀ ਨੌਲੇਜ ਨਹੀਂ, ਇਹ ਚੋਂ ਨਿਕਲਿਆ ਕਿਵੇਂ ਜਾ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ, ਕਹਿੰਦੇ ਸਿੱਖੋ ਆਜੜੀ ਨੂੰ ਵੇਖ ਕੇ ਲੱਗਦਾ ਹੈ ਕੰਮ ਕਸੂਤਾ ਹੋਇਆ ਏ। ਨਹਿ ਸੋਦਾ ਆਨਿਓ ਇਮ ਲਖੀਅਤ, ਅਗਰ ਜੁਗਨ ਕੇ ਛੂਛੋ ਬਿਖੀਅਤ। ਭਾਈ ਇਹ ਸੌਦਾ ਲੈ ਕੇ ਨਹੀਂ ਆਇਆ ਪਰ ਆਪ ਤੁਰਿਆ ਹੁੰਦਾ ਹੈ। ਨਾ ਤੇ ਸੌਦਾ ਇਹਦੇ ਕੋਲੇ ਹੈ ਨਾ ਵਸਤੂਆਂ, ਕਿਉਂਕਿ ਜਿਉਂ-ਜਿਉਂ ਸਤਿਗੁਰ ਬਚਨ ਕਰਦੇ ਨੇ ਤਿਉਂ-ਤਿਉਂ ਤੁਰੇ ਆ ਰਹੇ ਨੇ ਕਰੀਬ। ਮਰਦ ਦੇ ਫੇਰ ਬਚਨ ਆਖਿਆ, ਕਹਿੰਦੇ ਕੰਮ ਕਸੂਤਾ ਹੋ ਗਿਆ। ਸੂਤ ਨਾਮ ਹੁੰਦਾ ਸਿੱਧੇ ਦਾ, ਸਟ੍ਰੇਟ ਦਾ। ਜਦੋਂ ਕੱਕਾ ਸ਼ਬਦ ਲੱਗ ਜੇ ਇਹ ਕੁਰੰਗ ਤੋਂ ਬਣਿਆ ਹੈ। ਕਹਿੰਦੇ ਸਿੱਧਾ ਨਹੀਂ ਅਸਿੱਧਾ ਕੰਮ ਹੈ, ਸਮਝ ਤੋਂ ਬਾਹਰ ਹੈ, ਇਹ ਹੋ ਕੀ ਰਿਹਾ ਏ। ਸੁਣ ਕੇ ਮਤੀ ਦਾਸ ਤੇ ਆਗ, ਗੁਰ ਚਰਿੱਤਰ ਤੇ ਭੇ ਬਿਸਮਾਦ। ਹੁਣ ਸਿੱਖ ਸਤਿਗੁਰਾਂ ਦੇ ਬਚਨ ਸੁਣ ਕੇ ਗੁਰਾਂ ਦੇ ਮੂੰਹ ਵੱਲ ਵੇਖ ਰਹੇ ਨੇ, ਚਿਹਰੇ ਵੱਲ, ਤੇ ਆਪਸੀ ਇੱਕ ਦੂਜੇ ਵੱਲ ਵੇਖਦੇ ਕਹਿੰਦੇ ਮਹਾਰਾਜ ਦਾ ਇਹ ਚੂਜ ਕੀ ਹੈ ਜਿਹੜਾ ਅਜੇ ਤੱਕ ਸਾਨੂੰ ਵੀ ਸਮਝ ਨਹੀਂ ਆਇਆ। ਆਖੋ ਸਤਨਾਮ, ਗੱਲ ਤੇ ਸਮਝ ਤੋਂ ਬਾਹਰ ਨਾ। ਭਾਵੇਂ ਉਹ ਬ੍ਰਹਮ ਗਿਆਨੀ ਸਿੱਖ ਸੀ, ਬੰਦਗੀ ਵਾਲੇ ਸੀ, ਸਿਮਰਨ ਵਾਲੇ ਸੀ। ਵੇਖੋ ਮੇਰੇ ਗੁਰਦੇਵ ਨੇ ਏਦਾਂ ਦਾ ਪਰਦਾ ਰੱਖਿਆ ਤੇ ਗੁਰੂ ਦੇ ਹੱਥ ਹੈ ਉਹ ਗਿਆਨ ਕਿਸੇ ਅਗਿਆਨੀ ਨੂੰ ਦੇ ਦੇ, ਸਮਝ ਇੱਕ ਮੂਰਖ ਨੂੰ ਦੇ ਦੇ, ਤੇ ਨਾ ਸਮਝ ਬਣਾਵੇ ਇੱਕ ਸਿਆਣੇ ਨੂੰ ਬਣਾ ਦੇ। ਗੁਰੂ ਸਮਰੱਥਾ ਨਾ, ਇਸੇ ਕਰਕੇ ਗੁਰੂ ਵੱਡਾ ਹੈ। ਉਹ ਚਾਹੇ ਕਿਸੇ ਬ੍ਰਹਮ ਗਿਆਨੀ ਦੀ ਮੱਤ ਤੇ ਪਰਦਾ ਪਾ ਦੇ, ਚ ਕੋਈ ਸ਼ੱਕ ਦੁਰਾ ਨਹੀਂ। ਉਹ ਚਾਹੇ ਇੱਕ ਮੂਰਖ ਨੂੰ ਸ੍ਰਿਸ਼ਟੀ ਦਾ ਰਾਜਾ ਬਣਾ ਕੇ ਰੱਖਦਾ, ਇਹ ਉਹਦੇ ਹੱਥ ਹੈ। ਇਸ ਕਰਕੇ ਕਿਹਾ ਜਾਂਦਾ ਹੈ ਗੁਰੂ ਕਰਮ ਬਦਲਦਾ ਹੈ, ਗੁਰੂ ਕਰਮ ਜੋਗੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਵੱਲ ਵੇਖ ਰਹੇ ਨੇ, ਸਿੱਖ ਸਤਿਗੁਰਾਂ ਵੱਲ ਵੇਖ ਰਹੇ ਨੇ। ਕਿਉਂ? ਗੱਲ ਸਮਝ ਤੇ ਵਸੋਂ ਬਾਹਰ ਹੋ ਗਈ। ਮਹਾਰਾਜ ਨੇ ਅੱਜ ਸਾਡੇ ਤੋਂ ਏਦਾਂ ਦਾ ਭੇਦ ਕਿਉਂ ਰੱਖਿਆ? ਕੱਲ ਕਹਿੰਦੇ ਸੀ ਭੁੱਖ ਲੱਗੀ ਹੈ, ਆਜੜੀ ਤੋਂ ਭੋਜਨ ਮੰਗਾ ਲਓ, ਸਾਡੇ ਤੋਂ ਮਾਇਆ ਨਹੀਂ ਲਈ, ਕੀਮਤੀ ਵਸਤਰ ਅੰਗੂਠੀ ਵੀ ਦੇਤੀ ਹੈ, ਖਾਲੀ ਹੱਥ ਤੁਰਿਆ ਆਉਂਦਾ ਹੈ ਤੇ ਕੱਲਾ ਵੀ ਨਹੀਂ ਆਉਂਦਾ, ਨਾਲ ਦੋ ਸਾਥੀ ਆਉਂਦੇ ਨੇ। ਤੇ ਸਤਿਗੁਰ ਆਪ ਕਹਿੰਦੇ ਨੇ ਕੰਮ ਗਲਤ ਹੋ ਗਿਆ, ਕੰਮ ਠੀਕ ਨਹੀਂ ਹੋਇਆ। ਪਾਨ ਅਯਾਲੀ ਕੇ ਭਗਵਾਨ, ਅਨੁਭਾਵਨ ਕਰ ਚਾਹਤ ਖਾਨ। ਜਿਸ ਆਜੜੀ ਦੇ ਹੱਥੋਂ ਸਤਿਗੁਰਾਂ ਨੇ ਪਕਵਾਨ ਮੰਗਾਏ ਉਹ ਹੱਥ ਖਾਲੀ ਹੈ, ਖਾਲੀ ਹੱਥ ਤੇ ਭੇਜਿਆ ਨਹੀਂ ਸੀ। ਕਹਿੰਦੇ ਬਚਨ ਚਲਦੇ ਚਲਦੇ ਉਹ ਅੱਖਾਂ ਦੇ ਬਿਲਕੁਲ ਕਰੀਬ ਆ ਗਏ, ਸਿੱਖਾਂ ਦੇ ਅੰਦਰ ਘਬਰਾਹਟ ਹੋਣ ਲੱਗ ਗਈ। ਸਬੱਬੀ ਗੱਲ ਹੈ, ਕੋਈ ਬੰਦਾ ਇਸ ਹਾਲਾਤ ਵਿੱਚ ਤੁਹਾਡੇ ਕੋਲ ਆਵੇ ਜਿਹਦੀ ਲੋੜ ਨਹੀਂ, ਭੇਜਿਆ ਕਿਸੇ ਹੋਰ ਕੰਮ ਸੀ ਤੇ ਆਇਆ ਕਿਸੇ ਹੋਰ ਰੂਪ ਦੇ ਵਿੱਚ, ਅੰਦਰ ਹਿੱਲ ਜਾਂਦਾ। ਪਰ ਸਤਿਗੁਰਾਂ ਨੇ ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਪਾਤਸ਼ਾਹ ਦੇ ਚਿਹਰੇ ਤੇ ਕੋਈ ਪਿਲਕਣ ਨਹੀਂ, ਕੋਈ ਲਾਲੀ ਨਹੀਂ, ਕੋਈ ਸ਼ਿਕਨ ਨਹੀਂ। ਜਿੱਦਾਂ ਬੇਪਰਵਾਹ ਗੁਰਤਾ ਗੱਦੀ ਤੇ ਰਹਿੰਦੀ ਉਦਾਂ ਹੀ ਬੈਠੇ ਆਪਣੇ ਆਨੰਦ ਵਿੱਚ ਹਨ। ਜੋ ਨਿਤ ਸੋਚ ਸੋ ਕਰਤ ਆਹਾਰ, ਅਬ ਬੇ ਲੋਕ ਕਿਆ ਕੀਨ ਉਚਾਰ। ਹੁਣ ਉਹ ਇੱਕ ਪਾਸੇ ਤੋਂ ਘੁੰਮਦੇ ਘੁੰਮਦੇ ਬਿਲਕੁਲ ਸਾਹਮਣੇ ਆ ਗਏ, ਕਿਉਂਕਿ ਬਾਗ ਦੇ ਨਾਲ ਘੁੰਮ ਕੇ ਆਉਣਾ ਪੈਂਦਾ, ਇਸ ਸਾਈਡ ਜੰਗਲ ਹੈ। ਪਰ ਸਿੱਖ ਗੱਲਾਂ ਕਰਦੇ ਨੇ ਜਿਹੜੇ ਸਤਿਗੁਰ ਦੀ ਹੱਥ ਧੋਤੇ ਬਗੈਰ ਭੋਜਨ ਨਹੀਂ ਕਰਦੇ, ਜਿਹੜੇ ਪਾਤਸ਼ਾਹ ਦਾ ਲੰਗਰ ਵੀ ਸਿੱਖ ਕੇਸੀ ਇਸ਼ਨਾਨ ਕਰਕੇ ਤਿਆਰ ਕਰਦੇ ਨੇ। ਕਹਿੰਦੇ ਸ਼ੱਕ ਤੇ ਸਾਨੂੰ ਉਦੋਂ ਹੀ ਹੋ ਗਿਆ ਸੀ, ਮਰਦ ਨੇ ਇਹੋ ਜਿਹੇ ਬੰਦੇ ਤੋਂ ਭੋਜਨ ਮੰਗਾ ਲਿਆ ਜਿਹੜਾ ਵਿਚਾਰੇ ਦਾ ਨਹਾਏ ਦਾ ਨਹੀਂ ਪਤਾ ਕਦੋਂ ਨਹਾਤਾ ਹੈ, ਜਿਹਨੇ ਹੱਥ ਕੋਈ ਨਹੀਂ ਧੋਤੇ।
ਸ਼ੱਕ ਤੇ ਉਦੋਂ ਹੀ ਸੀ ਵੀ ਐਸਾ ਭੋਜਨ ਮੇਰੇ ਸਤਿਗੁਰ ਕਦੇ ਖਾ ਨਹੀਂ ਸਕਦੇ। ਤੋ ਜਮਦੂਤ ਆਵਤੇ ਸਾਥ ਕਹਾਂ ਰਚੀ ਗਤ ਇਸ ਬਿਦਨਾਥ। ਭਾਈ ਦਾਸ ਸਤਿਗੁਰਾਂ ਦੇ ਚਰਨ ਫੜ ਕੇ ਕਹਿੰਦੇ ਮਹਾਰਾਜ ਆਜੜੀ ਦੀ ਗੱਲ ਛੱਡੋ, ਆ ਦੋ ਜਮਦੂਤ ਨਾਲ ਤੁਰੇ ਆਉਂਦੇ ਨੇ, ਕਿਰਪਾਨਾਂ ਚੁੱਕੀ, ਇਹ ਕੀ ਲੀਲਾ ਤੁਹਾਡੀ? ਅੱਗੋਂ ਸਹਿਜ ਸੁਭਾਅ ਹੱਸ ਕੇ ਮਰਦ ਨੇ ਟਾਲਿਆ, ਕਹਿੰਦੀ ਪਤਾ ਤੇ ਭਾਈ ਸਾਨੂੰ ਵੀ ਨਹੀਂ, ਆਖੋ ਸਤਿਨਾਮ ਇਹ ਹੈ ਵਡਪਣਾ। ਸਭ ਕੁਝ ਕਰਨ ਕਰਾਉਣ ਵਾਲੇ ਕਰਨ ਕਰਾਵਣ ਆਪੇ ਆਪ ਹੀ ਕਰਦੇ ਨੇ ਸਭ ਕੁਝ, ਪਰ ਫਿਰ ਵੀ ਕਹਿੰਦੇ ਸਾਨੂੰ ਪਤਾ ਨਹੀਂ ਹਉਮੈ ਕੀ ਹੁੰਦੀ ਹੈ, ਕੀਤਾ ਕਿਸੇ ਹੋਰ ਨੇ, ਕਰਨ ਕਰਾਉਣ ਵਾਲਾ ਕੋਈ ਹੋਰ ਸੀ ਤੇ ਕ੍ਰੈਡਿਟ ਅਸੀਂ ਚੁੱਕੀ ਫਿਰਦੇ ਹਾਂ ਜੀ ਮੈਂ ਕਰਾਇਆ। ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਜੀਵ ਬਣਾਤੀ, ਰੋਜੀ ਦਿੱਤੀ ਹੈ, ਸਭ ਕੁਝ ਦੇ ਕੇ ਉਹਨੇ ਕਦੇ ਨਹੀਂ ਕਿਹਾ ਮੈਂ ਮਨੁੱਖਾ ਤੈਨੂੰ ਇੰਨਾ ਕੁਝ ਦਿੱਤਾ ਤੂੰ ਮੈਨੂੰ ਯਾਦ ਨਹੀਂ ਕਰਦਾ। ਲਾਂਭਾ ਦਿੱਤਾ ਕਰੇ? ਪਾਪੀ ਵੀ ਮੌਜਾਂ ਕਰਦਾ ਤੇ ਪੁੰਨੀ ਵੀ ਕਰੀ ਜਾਂਦਾ, ਪਦਾਰਥ ਉਹਦੇ ਕੋਲ ਵੀ ਉਹਨੇ ਤੇ ਪੁੰਨੀ ਕੋਲ ਵੀ ਉਹਨੇ, ਕੋਈ ਫਰਕ ਨਹੀਂ, ਕਿਉਂਕਿ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਕੋਈ ਚੰਗਾ ਮਾੜਾ ਨਹੀਂ। ਅੱਜ ਸਿੱਖ ਪੁੱਛਦੇ ਨੇ ਮਹਾਰਾਜ ਇਹ ਜਮਦੂਤ ਤੁਰੇ ਆਉਂਦੇ ਨੇ, ਗੁਰੂ ਜੀ ਕਹਿੰਦੇ ਭਾਈ ਸਾਨੂੰ ਪਤਾ ਨਹੀਂ, ਕੋਲੇ ਆਉਣਗੇ ਗੱਲ ਫੇਰ ਪਤਾ ਲੱਗੇਗੀ। ਕਰਹੇ ਵਿਚਾਰਨ ਕੋ ਬਹੁਬਾਰੀ ਨਹਿ ਬੋਲੇ ਪ੍ਰਣ ਗੁਰ ਅਨੁਸਾਰੀ। ਇੰਨਾ ਬਚਨ ਕਹਿ ਕੇ ਸਤਿਗੁਰ ਨਹੀਂ ਬੋਲੇ, ਸਿੱਖ ਚਿੰਤਾ ਦੇ ਵਿੱਚ ਨੇ, ਕਿਉਂਕਿ ਆ ਜਿਹੜੇ ਪਲਾਂ ਨੂੰ ਕਵੀ ਜੀ ਲਿਖ ਰਹੇ ਨੇ ਨਾ, ਦੇਖੋ ਸਮਾਂ ਕਿੰਨਾ ਥੋੜਾ ਹੈ, ਸਿੱਖ ਚੱਲੇ ਆ ਰਹੇ, ਇਸ ਸਮੇਂ ਦੇ ਵਿੱਚ ਜੋ ਜੋ ਉੱਥੇ ਹਾਲਾਤ ਵਰਤੇ ਉਹਨਾਂ ਦਾ ਜ਼ਿਕਰ ਕਰਦੇ ਨੇ। ਬ੍ਰਿਤ ਕੇ ਬੰਸ ਸਾਧ ਗੁਰ ਦਿੱਤਾ ਹੋਨ ਹਾਰ ਪਰ ਮਨ ਦ੍ਰਿੜ ਕੀਤਾ। ਕਹਿੰਦੇ ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ ਵੰਸ ਵਿੱਚੋਂ ਪੋਤਰੇ ਪੜਪੋਤਰੇ, ਉਹਨਾਂ ਇੱਕੋ ਹੀ ਗੱਲ ਕਹਿਤੀ, ਉਹ ਜਾਣ ਗਏ ਸਾਰੀ, ਕਹਿੰਦੇ ਸਿੱਖੋ ਕਰੜੇ ਹੋ ਜੋ, ਜਮਦੂਤ ਆਏ ਨੇ ਇਹ ਨਹੀਂ ਬਖਸ਼ਣਗੇ, ਆਖੋ ਸਤਿਨਾਮ। ਹੁਣ ਉਹਨਾਂ ਕਸਵੱਟੀਆਂ ਵਿੱਚੋਂ ਸਾਨੂੰ ਗੁਜ਼ਰਨਾ ਪੈਣਾ ਹੈ ਜਿਨ੍ਹਾਂ ਬਾਰੇ ਕਦੇ ਸੋਚਿਆ ਤੱਕ ਨਹੀਂ। ਜੋ ਗੁਰ ਕਰਹਿ ਭਲੀ ਸਭ ਹੋਏ ਕੋਟ ਯਤਨ ਤੇ ਮਿਟੇ ਨਾ ਸੋਏ। ਪਰ ਜੋ ਹੋ ਰਿਹਾ ਹੈ ਸਤਿਗੁਰਾਂ ਦੀ ਰਜ਼ਾ ਵਿੱਚ ਹੋਏਗਾ, ਪਰ ਗੁਰੂ ਸਾਹਿਬ ਕਰ ਵੀ ਸਭ ਕੁਝ ਸਕਦੇ ਨੇ। ਗੁਰੂ ਦੀ ਰਜ਼ਾ ਤੋਂ ਬਗੈਰ ਕੋਈ ਲੱਖਾਂ ਯਤਨ ਕਰ ਲਏ ਕਰਮਾਂ ਨੂੰ ਨਹੀਂ ਬਦਲ ਸਕਦਾ। ਬੰਦਾ ਕਿੱਡਾ ਵੀ ਅਮੀਰ ਹੋਵੇ, ਕਿੰਨਾ ਵੀ ਗਰੀਬ ਹੋਵੇ, ਉਹ ਰੱਬ ਦੀ ਰਜ਼ਾ ਤੋਂ ਬਗੈਰ ਕੋਈ ਕਰਮ ਆਪ ਲਿਖ ਨਹੀਂ ਸਕਦਾ। ਇੱਥੋਂ ਤੱਕ ਗੁਰਬਾਣੀ ਪੜ੍ਹ ਕੇ ਵੇਖਿਓ, ਬ੍ਰਹਮ ਗਿਆਨੀ ਵੀ ਕਿਸੇ ਦੇ ਕਰਮ ਨਹੀਂ ਬਦਲ ਸਕਦਾ। ਆਖੋ ਸਤਿਨਾਮ। ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੈ, ਕਿਉਂਕਿ ਪਰਮੇਸ਼ਰ ਵਰਗਾ ਹੈ, ਪਰ ਸਾਰੀ ਕਲਾ ਗੁਰੂ ਨਾਨਕ ਦੇ ਹੱਥ ਵਿੱਚ, ਪਰਮਾਤਮਾ ਦੇ ਹੱਥ 'ਚ ਹੈ। ਕਿਉਂਕਿ ਹੈ ਜੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਰੱਬ ਸੀ ਨਾ, ਲਿਖਿਆ ਸੀ ਤਤੀ ਤਵੀ ਤੇ ਬੈਠਣਾ ਨਹੀਂ ਬੈਠਿਆ, ਰੱਬ ਦੀ ਰਜ਼ਾ ਸੀ, ਉਹਦਾ ਹੁਕਮ ਸੀ। ਦਸ਼ਮੇਸ਼ ਪਿਤਾ ਜੀ ਜਾਣਦੇ ਸੀ ਆਨੰਦਪੁਰ ਛੱਡਿਆਂ ਤੋਂ ਪਰਿਵਾਰ ਵਿਛੜ ਜਾਏਗਾ, ਇਕੱਠਾ ਵੀ ਤੇ ਕਰ ਸਕਦੇ ਸੀ ਨਾ, ਉਹਨਾਂ ਕੋਲ ਕਲਾ ਸੀ। ਬ੍ਰਹਮ ਗਿਆਨੀ ਹੋ ਕੇ ਪਰਮੇਸ਼ਰ ਹੋ ਕੇ ਉਹਨਾਂ ਕਲਾ ਨਹੀਂ ਵਰਤਾਈ, ਸਿਰਫ ਇਹ ਵਿਖਾਇਆ ਭਾਣਾ ਕਿੱਦਾਂ ਮੰਨੀਦਾ ਕਿ ਗੁਰੂ ਸਾਹਿਬ ਕਰ ਨਹੀਂ ਸਕਦੇ ਸੀ। ਜਿਹੜਾ ਗੁਰੂ ਸਿੱਖਾਂ ਨੂੰ ਬ੍ਰਹਮ ਗਿਆਨੀ ਬਣਾ ਸਕਦਾ ਉਹ ਗੁਰੂ ਕਰਮ ਬਦਲ ਸਕਦਾ, ਪਰ ਇਨਸਾਨ ਦੇ ਹੱਥ ਨਹੀਂ ਉਹ ਕਰਮ ਬਦਲ ਸਕੇ। ਰੱਬ ਦੇ ਪਿਆਰੇ ਸਾਧੂ ਮਹਾਤਮਾ ਭਗਤ, ਰੱਬ ਉਹਨਾਂ ਨੂੰ ਕਰਾਮਾਤਾਂ ਬੜੀਆਂ ਦਿੰਦਾ ਹੈ, ਸਭ ਕੁਝ ਦਿੱਤਾ ਹੁੰਦਾ ਹੈ, ਸਭ ਕੁਝ ਹੁੰਦੇ ਹੋਏ ਵੀ ਉਹ ਕਰਦੇ ਨਹੀਂ। ਕਿਉਂ? ਉਹ ਕਹਿੰਦੇ ਭਾਈ ਕਰਨ ਵਾਲਾ ਤੇ ਇੱਕੋ ਹੀ ਹੈ, ਜਿਹਨੇ ਜੋ ਕੀਤਾ ਨਾ ਉਹੀ ਕਰ ਸਕਦਾ, ਉਹੀ ਜਾਣ ਸਕਦਾ, ਸਾਡੇ ਹੱਥ ਨਹੀਂ। ਇੱਕੋ ਦਿਨ ਸੀ ਬਾਬਾ ਗੁਰਦਿੱਤਾ ਜੀ ਨੇ, ਬ੍ਰਹਮ ਗਿਆਨੀ ਸਾਧੂ ਸੀ, ਮਰੀ ਹੋਈ ਗਊ ਜਿਉਂਦੀ ਕਰਤੀ, ਸੁਣਿਆ ਨਾ ਤੁਸੀਂ ਪਿੱਛੇ, ਫਲਕੀ ਮਿਲੇ ਹੈ। ਮਰਦ ਕਹਿੰਦੇ ਜਾ ਦੁਨੀਆ ਤੇ ਸਰੀਰ ਕਰਕੇ ਪੁੱਤਰਾ ਤੂੰ ਰਹੇਗਾ ਜਾਂ ਫਿਰ ਅਸੀਂ ਰਵਾਂਗੇ। ਆਖੋ ਸਤਿਨਾਮ। ਕਰ ਨਹੀਂ ਸਕਦਾ, ਪਰ ਉਹ ਬ੍ਰਹਮ ਗਿਆਨੀ ਨਹੀਂ ਹੁੰਦਾ ਜਿਹੜਾ ਰੱਬ ਦੀ ਰਜ਼ਾ ਤੋਂ ਬਾਹਰ ਹੋ ਜਾਏ। ਭਾਈ ਗੁਰਦਿੱਤਾ ਇੱਥੇ ਬ੍ਰਹਮ ਗਿਆਨੀ ਸਾਧੂ ਇੱਕੋ ਹੀ ਬਚਨ ਆਖਿਆ, ਕਹਿੰਦੇ ਹੁਣ ਗੁਰੂ ਦੀਆਂ ਰਹਿਮਤਾਂ ਨੇ, ਗੁਰੂ ਦੀਆਂ ਬਰਕਤਾਂ ਨੇ, ਸਤਿਗੁਰਾਂ ਦੀਆਂ ਮੌਜਾਂ ਨੇ, ਗੁਰੂ ਦੀ ਮੌਜ ਵਿੱਚ ਚੱਲਣਾ ਸਾਡਾ ਫਰਜ਼ ਹੈ, ਪਰ ਅਸੀਂ ਗੁਰੂ ਦਾ ਬਚਨ ਟਾਲ ਨਹੀਂ ਸਕਦੇ। ਮਲਕ ਕੈ ਦੋਸ਼ਨ ਹੋਏ ਰਹਿਓ ਭਲੀ ਕੇ ਬੁਰੀ ਨਹੀਂ ਬਚ ਕਹੇ। ਨਾ ਸਿੱਖਾਂ ਨੇ ਚੰਗਾ ਕਿਹਾ ਨਾ ਕਿਹਾ ਮਾੜਾ, ਕਹਿੰਦੇ ਆਜਰੀ ਤੁਰਿਆ ਆਉਂਦਾ ਭੇਡਾਂ ਵੱਲ ਵੇਖਦਾ ਵੀ ਸ਼ੁਕਰ ਇੱਥੇ ਨੇ। ਆਖੋ ਸਤਿਨਾਮ।
ਉਹਨੂੰ ਪੱਕਾ ਹੌਸਲਾ ਹੈ ਵੀ ਮੈਨੂੰ ਛੱਡ ਦੇਣਗੇ, ਕਿਉਂਕਿ ਮੈਂ ਜਿਨ੍ਹਾਂ ਤੋਂ ਲਿਆ ਉਹਨਾਂ ਨਾਲ ਮਿਲਾਤਾ। ਵੈਸੇ ਵੀ ਸਤਿਗੁਰ ਕਿਸੇ ਨਾਲ ਗਰੀਬ ਮਾਰ ਨਹੀਂ ਕਰ ਸਕਦੇ, ਤੇ ਆਜੜੀ ਦੇ ਕਰਮ ਸੀ, ਉਹਦੇ ਕਰਮ ਪਲਟ ਦਿੱਤੇ ਨੇ। ਉਹ ਤੇ ਆਜੜੀ ਵੀ ਉਹ ਤੋਂ ਬਾਅਦ ਬ੍ਰਹਮ ਗਿਆਨੀ ਬਣ ਗਿਆ ਸੀ। ਕਦੀ ਉਹਦਾ ਇਤਿਹਾਸ ਪੜ੍ਹਿਓ ਜਾ ਕੇ, ਪੁੱਛਿਓ ਆਗਰੇ ਦੇ ਲੋਕਾਂ ਨੂੰ। ਐਸੀ ਕਿਰਪਾ ਸਤਿਗੁਰਾਂ ਦੀ ਹੋਈ, ਭੇਡਾਂ ਬੱਕਰੀਆਂ ਆਪਣੇ ਆਪ ਹੀ ਚਰੀ ਜਾਂਦੀਆਂ। ਉਸ ਦਿਨ ਤੋਂ ਸਿਮਰਨ ਕਰਦਾ, ਮਨ ਨੂੰ ਝੋਰਾ ਲੱਗਿਆ। ਕੋਈ ਵਜ਼ੀਰ ਨਹੀਂ ਸੀ, ਮੈਨੂੰ ਤੇ ਰੱਬ ਮਿਲਿਆ। ਉਹ ਰੱਬ ਜਦੋਂ ਦਾ ਮਿਲਿਆ ਜ਼ਮਾਨਾ ਹੀ ਭੁੱਲ ਗਿਆ, ਜਦੋਂ ਦਾ ਰੱਬ ਮਿਲਿਆ। ਕਹਿੰਦੇ ਆ ਜਿਹੜੀ ਆਪਣੀਆਂ ਬੱਕਰੀਆਂ ਭੇਡਾਂ ਵੱਲ ਵੇਖੇ, ਸਿੱਖ ਚੁੱਪ ਨੇ। ਸਿੱਖਾਂ ਦੇ ਚਿਹਰਿਆਂ ਤੇ ਥੋੜੀ ਜਿਹੀ ਮੁਸਕਰਾਹਟ ਗਾਇਬ ਹੋ ਗਈ, ਕਿਉਂਕਿ ਅਜ਼ਬ ਗਜ਼ਬ ਦੀ ਗੱਲ ਹੋ ਰਹੀ ਹੈ। ਪਰ ਸਤਿਗੁਰ ਬੇਪਰਵਾਹ। ਹੁਣ ਨਾਲ ਤੁਰੇ ਆਉਂਦੇ ਸਿਪਾਹੀ ਬਿਲਕੁਲ ਸ਼ਾਂਤ ਨੇ। ਸੂਬੇ ਨੇ ਕਹਿ ਕੇ ਭੇਜਿਆ ਨਾ ਉੱਥੋਂ ਦੇ ਕੋਤਵਾਲ ਨੇ ਵੀ ਏਦਾਂ ਦੀ ਹਰਕਤ ਨਾ ਕਰਿਓ, ਜੇ ਰਾਜਾ ਵਜ਼ੀਰ ਕੋਈ ਮਹਾਰਾਜਾ ਹੋਇਆ ਚਾਕੀ ਅੰਦਰ ਕਰਦਾ ਇਹਦਾ ਭੇਤ ਲੈ ਕੇ ਆਉਣਾ ਪੈਂਦਾ। ਜੇ ਤੇ ਹੋਇਆ ਵਜ਼ੀਰ ਫਿਰ ਤੇ ਚਾਹ ਪਾਣੀ ਵੀ ਪੁੱਛਿਓ, ਸਤਿਕਾਰ ਵੀ ਕਰਿਓ। ਜੇ ਹੋਇਆ ਕੋਈ ਠੱਗ ਲੁਟੇਰਾ ਆ ਕੇ ਸਾਨੂੰ ਦੱਸ ਦਿਓ। ਇਤਨੇ ਮਹਿ ਪਹੁੰਚੇ ਚਲ ਤਿਨੋ, ਉਪਬਨ ਵਿਖੇ ਪ੍ਰਵੇਸ਼ਨ ਕੀਨੋ। ਕਹਿੰਦੇ ਬਾਗ ਦੇ ਦਰਵਾਜ਼ੇ 'ਚ ਪ੍ਰਵੇਸ਼ ਤਿੰਨੋਂ ਜਣੇ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖ ਕੇ ਮੁੱਖ ਮੋੜਦੇ, ਨਜ਼ਰਾਂ ਹੋਰ ਪਾਸੇ ਕਰਦੇ। ਤਿੰਨੇ ਆਏ, ਆ ਜਿਹੜੀ ਕੰਬੀ ਜਾਂਦਾ, ਹੱਥ 'ਚ ਜੋੜੇ ਹੋਏ ਨੇ। ਅੰਦਰੋਂ ਅੰਦਰ ਸੋਚਦਾ ਹੈ, ਐ ਰੱਬਾ ਕਿਰਪਾ ਕਰਕੇ ਅੱਜ ਬਚਾ ਲਾ, ਮੇਰਾ ਤੇ ਗੁਨਾਹ ਕੋਈ ਨਹੀਂ। ਹਰੇ ਹਜ਼ੂਰ ਗੁਰੂ ਕੇ ਹੋਏ, ਬੂਝੇ ਕਿਤ ਤੇ ਹੋ ਤੁਮ ਕੋਈ। ਕਹਿੰਦੇ ਇਹ ਆਏ ਸਿਪਾਹੀ, ਆਜੜੀ ਤੇ ਵਿਚਾਰਾ ਇੱਕ ਪਾਸੇ ਖੜ ਗਿਆ। ਦੋਨੇ ਸਿਪਾਹੀ ਹੱਥ ਜੋੜ ਕੇ ਕਹਿੰਦੇ ਹਜ਼ੂਰ ਇਹ ਦੱਸੋ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕਿਹਾ ਸੀ ਨਾ ਕੋਤਵਾਲ ਨੇ ਕੋਈ ਏਦਾਂ ਦੀ ਹਰਕਤ ਨਾ ਕਰਿਓ। ਜੇ ਰਾਜਾ ਵਜ਼ੀਰ ਹੋਇਆ ਤੇ ਆਪਾਂ ਆਪਣੀ ਜ਼ਿੰਦਗੀ ਤੋਂ ਜਾਵਾਂਗੇ। ਸਿਰਫ ਭੇਦ ਲੈ ਕੇ ਆਉਣਾ ਮਿੱਠੇ ਹੋ ਕੇ। ਕਿਸੇ ਦਾ ਭੇਦ ਕਦੋਂ ਲਿਆ ਜਾਂਦਾ? ਰੋਬ ਨਾਲ ਨਹੀਂ, ਉਹਦਾ ਬਣਨਾ ਪੈਂਦਾ, ਮਿੱਠਾ ਹੋਣਾ ਪੈਂਦਾ। ਹੁਣ ਸਤਿਗੁਰਾਂ ਦਾ ਭੇਦ ਇਹਨਾਂ ਕੀ ਲੈਣਾ ਹੈ? ਭੇਦ ਤੇ ਉਹਨਾਂ ਦਾ ਲਈਦਾ ਜਿਹੜੇ ਭੇਦ ਨਾ ਦਿੰਦੇ ਹੋਣ। ਸਤਿਗੁਰਾਂ ਦਾ ਜੀਵਨ ਤੇ ਖੁੱਲਾ ਗ੍ਰੰਥ ਹੈ, ਖੁੱਲੀ ਕਿਤਾਬ ਹੈ। ਗੁਰੂ ਸਾਹਿਬ ਇਹਨਾਂ ਵੱਲ ਵੇਖਣ ਲੱਗੇ ਤੇ ਗੋਡੇ ਮੋੜ ਕੇ ਬਹਿ ਗਏ, ਕਿਉਂਕਿ ਸਤਿਗੁਰਾਂ ਦੀ ਟੌਰ ਮਰਦ ਦੇ ਪੰਜੇ ਘੋੜੇ ਰਾਜੇ ਮਹਾਰਾਜਿਆਂ ਦੇ ਘੋੜਿਆਂ ਤੋਂ ਘੱਟ ਨਹੀਂ, ਸ਼ਾਹੀ ਠਾਠ ਹੈ। ਕੋਲ ਬਹਿ ਕੇ ਬੜੇ ਪਿਆਰ ਸਤਿਕਾਰ ਅਦਬ ਨਾਲ ਪੁੱਛ ਰਹੇ ਨੇ। ਇੱਥੇ ਇਹਨਾਂ ਦਾ ਪ੍ਰੇਮ ਨਹੀਂ ਕੋਈ, ਸਿਰਫ ਡਿਊਟੀ ਵਜਾ ਰਹੇ। ਪੁੱਛਦੇ ਨੇ, ਕਹਿੰਦੇ ਭਾਈ ਕਿੱਥੋਂ ਆਏ ਹੋ ਤੁਸੀਂ? ਅੱਗੇ ਕਿੱਥੇ ਜਾਣਾ ਏ? ਕਹਾ ਨਾਮ ਕਿਸ ਗ੍ਰਾਮ ਬਸੰਤੇ, ਕਿਤ ਤੇ ਆਏ ਕਹਾਂ ਗਮਨੰਤੇ। ਕਿਹੜੇ ਪਿੰਡੋਂ ਆਏ ਹੋ ਤੇ ਕਿਹੜੇ ਪਿੰਡ ਚਲੇ ਜਾਣਾ ਹੈ? ਤੁਹਾਡਾ ਆਪਣਾ ਜੱਦੀ ਪਿੰਡ ਕਿਹੜਾ ਹੈ? ਕਾਪੀ ਤੇ ਲਿਖਣ ਲੱਗ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਵੇਖ ਕੇ ਹੱਸ ਪਏ, ਮੁਸਕਰਾਈ ਥੋੜਾ ਜਿਹਾ। ਕਹਿੰਦੇ ਬਹਿ ਜਾਓ ਭਾਈ। ਵੇਖੋ ਜੀ, ਜੇ ਗੁਰੂ ਸਾਹਿਬ ਚਾਹੁੰਦੇ ਕੁਛ ਹੋਰ ਦੱਸ ਕੇ ਬਚ ਸਕਦੇ ਸੀ। ਇੱਕ ਦੁਨਿਆਵੀ ਗੱਲ ਹੈ, ਇੱਕ ਦੁਨਿਆਵੀ ਗੱਲ। ਬਚਣਾ ਹੋਵੇ ਹੁਲੀਆ ਹੋਰ ਦੱਸ ਦਿਓ। ਉਦੋਂ ਕਿਹੜਾ ਆਧਾਰ ਕਾਰਡ ਸੀ, ਅੰਗੂਠਾ ਲਾ ਕੇ ਵੇਖ ਲੈਣਗੇ ਹੋਰ ਹੈ ਖੂਹ ਹੈ। ਸਿਰਫ ਹੁਲੀਆ ਸੀ, ਚਿਹਰੇ ਪੈਨਸਲਾਂ ਨਾਲ ਉਕਾਰੇ ਜਾਂਦੇ ਸੀ। ਕੋਲ ਬੈਠੇ ਪੁੱਛਦੇ ਨੇ। ਮਰਦ ਨੇ ਪੰਜੇ ਸਿੱਖਾਂ ਵੱਲ ਵੇਖਿਆ। ਸਿੱਖ ਸੋਚਦੇ ਨੇ, ਸਤਿਗੁਰ ਜੀ ਜੇ ਆਪ ਜੀ ਦਾ ਹੁਕਮ ਹੋਵੇ ਤੇ ਝਟਕਾ ਦੀਏ, ਆਖੋ ਸਤਨਾਮ। ਹੁਣ ਜੇ ਸਿੱਖ ਚਾਹਣ ਇੱਕ ਕਿਰਪਾਨ ਦੇ ਨਾਲ ਦੋਨੇ ਸਿਪਾਹੀਆਂ ਨੂੰ ਕੱਟ ਵੱਢ ਸਕਦੇ, ਮੁੜ ਕੇ ਕਿਸੇ ਨੇ ਆਉਣਾ ਨਹੀਂ। ਸੁਨ ਬੋਲੇ ਸਤਿਗੁਰੂ ਸੁਖ ਧਾਮੋ, ਤੇਗ ਬਹਾਦਰ ਹੈ ਹਮ ਨਾਮੋ। ਸਾਹਿਬ ਸਤਿਗੁਰ ਜੀ ਬੜੇ ਪਿਆਰ ਵਿੱਚ ਬੋਲੇ, ਕਹਿੰਦੇ ਭਾਈ ਸਾਡਾ ਨਾਮ ਹੈ ਤੇਗ ਬਹਾਦਰ। ਇਹ ਉਹੀ ਨਾਮ ਹੈ ਜਿਹਨੂੰ ਸਮੇਂ ਦੀ ਸਰਕਾਰ ਕਹਿੰਦੀ ਸੀ ਮੋਸਟ ਵਾਂਟਡ। ਲੱਭ ਕੇ ਲਿਆਓ, ਸਾਡੇ ਅਪਰਾਧੀ ਨੇ ਸਤਿਗੁਰ। ਤੇ ਗੁਰੂ ਸਾਹਿਬ ਕਿੱਡੇ ਮਾਣ ਨਾਲ ਦੱਸ ਰਹੇ ਨੇ, ਜੋ ਬਚਨ ਮੇਰੇ ਸਤਿਗੁਰਾਂ ਨੇ ਅੱਜ ਬੋਲੇ ਸਾਰੇ ਜੀਵਨ ਚ ਨਹੀਂ ਸੀ ਬੋਲੇ। ਕਹਿੰਦੇ ਸਾਡਾ ਨਾਮ ਹੈ ਤੇਗ ਬਹਾਦਰ। ਲਿਖ ਲਿਆ ਉਹਨਾਂ। ਫਿਰ ਅੱਗੇ ਪੁੱਛਦੇ ਨੇ, ਸ੍ਰੀ ਨਾਨਕ ਕੀ ਕਰਨਾ ਅਹੇ, ਜਾਂ ਤੇ ਗੁਰੂ ਜਗਤ ਮੈਂ ਕਹੇ। ਅਗਲਾ ਬਚਨ ਜਿਹੜਾ ਸਤਿਗੁਰ ਕਹਿੰਦੇ ਨੇ, ਦਸੇ ਰੂਪਾਂ ਚ ਮਰਦ ਨੇ ਬਚਨ ਕਦੇ ਵੀ ਨਹੀਂ ਕਿਹਾ ਜੋ ਅੱਜ ਕਿਹਾ। ਖੇਡ ਸੀ, ਕਹਿਣਾ ਜ਼ਰੂਰੀ ਸੀ। ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੇ ਅਸੀਂ ਉਸ ਗੱਦੀ ਤੇ ਗੁਰੂ ਹਾਂ ਗੁਰੂ। ਸਾਨੂੰ ਜਮਾਨਾ ਗੁਰੂ ਕਹਿ ਕੇ ਪੂਜਦਾ, ਆਖੋ ਸਤਨਾਮ। ਇਹ ਕਿਉਂ ਕਿਹਾ ਜੀ? ਹਮੇ ਥੋੜਾ ਇਹ ਜਰਾ ਸਮਝੀਏ।
ਸਤਿਗੁਰ ਇਸ ਕਰਕੇ ਕਹਿ ਰਹੇ ਨੇ ਇਹਨਾਂ ਦਾ ਕੰਮ ਲੱਭਣ ਲਈ ਹੋਰ ਸੁਖਾਲਾ ਹੋ ਜੇ, ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭ ਰਹੇ। ਤੇਗ ਬਹਾਦਰ ਨਾਮ ਉਹਨਾਂ ਸਮਿਆਂ 'ਚ ਕਿੰਨੇ ਲੋਕਾਂ ਦਾ ਹੋਏਗਾ। ਜੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਗੱਲ ਕਰਦੇ ਆ ਪੰਜਾਬ ਦੀ ਧਰਤੀ ਤੇ ਸਰਚ ਮਾਰ ਕੇ ਵੇਖੋ, ਇੱਥੇ ਨਾਨਕ ਸਿੰਘ ਕਿੰਨਿਆਂ ਦਾ ਨਾਮ ਹੈ। ਕਿੰਨੇ ਲਿਖਾਰੀ ਨਾਨਕ ਸਿੰਘ ਨਾਮ ਦੇ ਹੋਏ, ਕਿੰਨੇ ਆਰਟਿਸਟ ਹੋਏ ਨਾਨਕ ਸਿੰਘ ਨਾਮ ਦੇ। ਗੱਲ ਨਾਮਾਂ ਦੀ ਨਹੀਂ ਹੁੰਦੀ। ਗੋਬਿੰਦ ਨਾਮ ਵੀ ਬੜੀ ਦੁਨੀਆ ਦਾ ਇੱਥੇ, ਪਰ ਨਾਂ ਤੇ ਨਾਮ ਨਾਲ ਕਿਸੇ ਨੇ ਗੁਰੂ ਗੋਬਿੰਦ ਸਿੰਘ ਬਣ ਜਾਣਾ, ਨਾ ਤੇ ਨਾਮ ਦੇ ਨਾਲ ਕਿਸੇ ਨੇ ਗੁਰੂ ਨਾਨਕ ਸਾਹਿਬ ਹੋ ਜਾਣਾ ਹੈ, ਨਾ ਨਾਮ ਰੱਖਿਆ ਤੋਂ ਕਿਸੇ ਨੇ ਤੇਗ ਬਹਾਦਰ ਹੋ ਜਾਣਾ ਹੈ। ਇਹ ਨਹੀਂ ਬਣਦਾ। ਗੁਰੂ ਗੁਰੂ ਨੇ ਨਾਮ ਤੇ ਦੁਨੀਆ ਅਵਤਾਰਾਂ ਮਹਾਂਪੁਰਖਾਂ ਦਾ ਵੀ ਬੱਚਿਆਂ ਦਾ ਰੱਖ ਲੈਂਦੀ ਹੈ। ਹੁਣ ਸਤਿਗੁਰਾਂ ਦੇ 4 ਸਾਹਿਬਜ਼ਾਦੇ ਨੇ, ਤੁਸੀਂ ਸਿੱਖਾਂ ਦੇ ਘਰਾਂ 'ਚ ਜਾਓਗੇ, ਕਿਸੇ ਨੇ ਨਾਮ ਜੋਰਾਵਰ ਸਿੰਘ ਰੱਖਿਆ, ਕਿਸੇ ਨੇ ਫਤਿਹ ਸਿੰਘ, ਕਿਸੇ ਨੇ ਅਜੀਤ ਸਿੰਘ, ਕਿਸੇ ਨੇ ਜੁਝਾਰ ਸਿੰਘ। ਠੀਕ ਹੈ, ਨਾਮ ਰੱਖ ਲੈਣੇ ਚਾਹੀਦੇ ਨੇ, ਪਰ ਨਾਮ ਰੱਖਿਆ ਜੇ ਫੀਲਿੰਗ ਲਈ ਉਹ ਥੋੜਾ ਬਣ ਸਕਦੇ, ਕਦੇ ਵੀ ਨਹੀਂ ਬਣ ਸਕਦੇ, ਕਦੇ ਵੀ। ਮਰਦ ਕਹਿੰਦੇ ਅਸੀਂ ਗੁਰੂ ਆ, ਗੁਰੂ ਲਿਖ ਲਿਆ ਇਹਨਾਂ ਨੇ। ਇਸ ਲਈ ਲਿਖਿਆ ਕਿਉਂਕਿ ਔਰੰਗਜ਼ੇਬ ਦੇ ਖੱਤ ਵਿੱਚ ਲਿਖਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਖੋਜੋ। ਕੌਣ ਨੇ? ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਵਾਰਸ ਨੇ। ਜੋ ਬਚਨ ਔਰੰਗਜ਼ੇਬ ਦੇ ਖੱਤ ਵਿੱਚ ਨੇ ਸਤਿਗੁਰਾਂ ਉਹੀ ਸੁਣਾਏ ਨੇ। ਵਿੱਚ ਰਹੇ ਜਿਤ ਕਿਤ ਸਹਿਜ ਸੁਭਾਏ, ਥਿਰ ਹੋਏ ਬਸ ਹੈ ਨਹੀਂ ਇੱਕ ਥਾਏ। ਕਿੱਧਰ ਜਾ ਰਹੇ ਹੋ? ਮਰਦ ਕਹਿੰਦੇ ਭਾਈ ਸਾਧਾਂ ਦਾ ਕਿਹੜਾ ਟਿਕਾਣਾ ਹੁੰਦਾ ਕੋਈ, ਕਦੇ ਕਿਤੇ ਕਦੇ ਕਿਤੇ, ਜਿੱਥੇ ਹੁਣ ਤੁਸੀਂ ਲੈ ਜਾਓਗੇ ਉੱਥੇ ਹੀ ਚੱਲਾਂਗੇ। ਆਖੋ ਸਤਨਾਮ। ਮੁਸਕਰਾ ਕੇ ਗਿਆ ਇਹ ਬਚਨ। ਇਹ ਕੋਈ ਆਮ ਨਹੀਂ ਸੀ ਬਚਨ। ਸਿੱਖ ਹੈਰਾਨ ਵੀ ਮਹਾਰਾਜ ਕਿਹੜੇ ਪਾਸੇ ਦੀ ਗੱਲ ਕਰ ਰਹੇ ਨੇ, ਅਸੀਂ ਵੀ ਆਜ਼ਾਦ ਆ, ਕਿੱਥੇ ਲੈ ਕੇ ਚੱਲੇ ਨੇ। ਉਹਨਾਂ ਪੁੱਛਿਆ ਨਾ ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ? ਮਰਦ ਕਹਿੰਦੇ ਹੁਣ ਤੱਕ ਤੇ ਭਾਈ ਦੁਨੀਆ ਘੁੰਮਦੇ ਰਹੇ, ਜਿੱਥੇ ਤੁਸੀਂ ਲੈ ਜਾਓਗੇ ਅਸੀਂ ਉੱਥੇ ਚੱਲਾਂਗੇ। ਏਮ ਸੁਨ ਕੈ ਗੁਰ ਤੇ ਤਿਸ ਠੌਰਾ, ਗਮ ਨਿਓ ਏਕ ਸਿਪਾਹੀ ਦੌਰਾ। ਜਦੋਂ ਕਹਿੰਦੇ ਦੋਨਾਂ ਨੇ ਗੱਲ ਸੁਣੀ, ਹੁਣ ਕੰਨੀ ਕਨਸੋ ਤੇ ਸਭ ਨੂੰ ਸੀ ਨਾ ਵੀ ਸਤਿਗੁਰਾਂ ਨੂੰ ਲੱਭਦੇ ਫਿਰਦੇ ਆ। ਇੱਕ ਰੁਕ ਗਿਆ, ਦੂਜੇ ਨੂੰ ਇਸ਼ਾਰਾ ਕੀਤਾ ਤੂੰ ਜਾ, ਕੋਤਵਾਲੀ ਜਾ ਕੇ ਦੱਸ ਕੇ ਆ, ਇੱਥੇ ਜਿਹੜੇ ਉਮਰਾਵ ਐਲਕਾਰ ਵਜ਼ੀਰ ਬੈਠੇ ਉਹਨਾਂ ਦਾ ਨਾਮ ਕੋਈ ਗੁਰੂ ਤੇਗ ਬਹਾਦਰ ਹੈ। ਉਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਆਪਣੇ ਆਪ ਨੂੰ ਵਾਰਸ ਕਹਾਉਂਦੇ ਨੇ। ਇਹ ਦੱਸਣਾ ਜ਼ਰੂਰੀ ਹੈ ਜੀ। ਬਾਰ-ਬਾਰ ਬੇਨਤੀ, ਕੋਈ ਹਉਮੈ ਵਾਲੀ ਗੱਲ ਨਹੀਂ ਜੀ। ਮਰਦ ਨੇ ਆਪਣੇ ਆਪ ਨੂੰ ਗੁਰੂ ਕਿਹਾ, ਕਹਿ ਵੀ ਸਕਦੇ, ਪਰ ਕਿਹਾ ਇਸ ਕਰਕੇ ਹੈ ਅਸੀਂ ਸਿੱਖਾਂ ਤੇ ਹਿੰਦੂਆਂ ਦੇ ਗੁਰੂ ਆ, ਕਿਉਂਕਿ ਮਰਦ ਕੋਈ ਛੁਪੇ ਨਹੀਂ ਹੋਏ। ਲਲਕਾਰ ਕੇ ਕਿਹਾ ਸੀ ਪੰਡਤ ਨੂੰ ਅਨੰਦਪੁਰ ਦੀ ਧਰਤੀ ਤੇ ਕਿਰਪਾ ਰਾਮ ਨੂੰ, ਜਾਂ ਕਹਿ ਦੇ ਔਰੰਗਜ਼ੇਬ ਨੂੰ ਪਹਿਲਾਂ ਸਾਨੂੰ ਮੁਸਲਮਾਨ ਬਣਾ ਲੈ ਤੇ ਫਿਰ ਹਿੰਦੂ ਧਰਮ ਖਤਮ ਕਰ ਲਏ। ਆਖੋ ਸਤਨਾਮ। ਲਲਕਾਰ ਕੇ ਜਾਣ ਵਾਲੇ ਕਦੇ ਅੰਦਰ ਛੁਪ ਗੱਲਾਂ ਨਹੀਂ ਕਰਦੇ ਹੁੰਦੇ। ਇੱਕ ਗਿਆ ਸਿਪਾਹੀ, ਭੱਜਿਆ ਜਾਵੇ, ਕੋਤਵਾਲੀ ਇਤਲਾ ਦੇਣ ਆਇਆ ਏ। ਸੰਗ ਇਆਲੀ ਕੇ ਇੱਕ ਖਰਿਓ, ਪ੍ਰਭ ਨੇ ਤਬ ਹੈ ਬੂਝ ਬੋ ਕਰਿਓ। ਕਹਿੰਦੇ ਇੱਕ ਆਜੜੀ ਆ ਜਿਹੜਾ ਉਹ ਕੋਲੇ ਬੈਠਾ ਹੈ। ਸਤਿਗੁਰੂ ਪੁਲਿਸ ਵਾਲੇ ਸਿਪਾਹੀ ਨੂੰ ਕਹਿੰਦੇ ਭਾਈ ਇਹ ਵਿਚਾਰੇ ਦਾ ਕੀ ਕਸੂਰ ਹੈ? ਕਹਿੰਦੇ ਇਹਦਾ ਧੰਨਵਾਦ ਕਰੋ, ਇਹਦੇ ਪੈਰ ਫੜ ਦੋ। ਛਾਪ ਦੁਸ਼ਾਲਾ ਕਹਾਂ ਮਿਠਾਈ, ਨੈ ਆਨਿਓ ਕਛ ਨਿਕਟ ਇਥਾਈ। ਹੁਣ ਸਿੱਖਾਂ ਦੇ ਸਾਹਮਣੇ ਸਤਿਗੁਰ ਪੁੱਛਦੇ, ਕਹਿੰਦੇ ਚੰਗਾ ਮਿੱਤਰਾ ਤੂੰ ਬੰਦਾ ਹੈ, ਤੈਨੂੰ ਛਾਪ ਦਿੱਤੀ, ਤੈਨੂੰ ਕੀਮਤੀ ਦੁਸ਼ਾਲਾ ਦਿੱਤਾ, ਮਠਿਆਈ ਲੈ ਕੇ ਆ। ਕਾਹਦਾ ਭੇਤੀ ਹੈ? ਮਠਿਆਈ ਤੇ ਕੀ ਆ, ਕਿਹੜੇ ਜਮਦੂਤਾਂ ਨੂੰ ਲੈ ਆਇਆ? ਹੋ ਸਤਨਾਮ। ਉਹ ਆਖੇ ਕਹਿੰਦਾ ਮਰਜ ਬੋਲੇ ਇਹਨਾਂ ਨੇ। ਇੰਨਾ ਕਹਿ ਕੇ ਚੁੱਪ ਕਰ ਗਿਆ, ਕਿਉਂਕਿ ਡਰਦਾ ਸਿਪਾਹੀ ਨੇ ਜਾ ਕੇ ਸਾਰਾ ਕੁਝ ਦੱਸਣਾ ਜੀ, ਨਾਲ ਰਲਿਆ ਹੋਇਆ ਉਹਨਾਂ ਨੇ। ਆਦਰੀ ਕਹਿੰਦਾ ਜੀ ਮੈਂ ਗਿਆ ਸੀ ਲੈਣ ਵਾਸਤੇ, ਇੱਕ ਦੁਕਾਨ ਤੇ ਚਲਿਆ ਗਿਆ। ਸੁਨ ਕਰ ਜੋਰ ਕਹਿਓ ਤਿਸ ਕਾਲਾ, ਗਹਿਓ ਬਾਨੀਏ ਦੇਖ ਦੁਸ਼ਾਲਾ। ਮਹਾਰਾਜ ਤੁਹਾਡੇ ਦੁਸ਼ਾਲੇ ਨੇ ਤੇ ਮੈਨੂੰ ਵੀ ਫਸਾਤਾ। ਆਖੋ ਸਤਨਾਮ। ਚੰਗੀ ਮਠਿਆਈ ਲੈਣ ਗਿਆ, ਤੁਸੀਂ ਉਡੀਕਦੇ ਹੋ। ਇੰਨੀ ਗੱਲ ਕਹਿ ਕੇ ਫੇਰ ਨਹੀਂ ਬੋਲਿਆ। ਗੁਰੂ ਜੀ ਕਹਿੰਦੇ ਕੋਈ ਨਹੀਂ, ਬਹਿ ਜਾ, ਤੇਰਾ ਕੁਛ ਨਹੀਂ ਹੋਣਾ। ਪਰ ਉਹ ਕੰਬਦਾ ਵਿਚਾਰਾ ਵੀ ਮੈਂ ਕਸੂਤਾ ਫਸ ਗਿਆ, ਪਤਾ ਨਹੀਂ ਇਹਨਾਂ ਨੂੰ ਛੱਡ ਵੀ ਦੇਣਗੇ, ਮੈਨੂੰ ਛੱਡਣਗੇ ਜਾਂ ਨਹੀਂ ਛੱਡਣਗੇ। ਕਹਿੰਦਾ ਮਰਦ ਮੇਰੀਆਂ ਬੱਕਰੀਆਂ ਨੇ। ਮਰਦ ਕਹਿੰਦੇ ਬੱਕਰੀਆਂ 4 ਭਾਵੇਂ ਦੁਨੀਆ 4, ਤੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਤੂੰ ਚਿੰਤਾ ਕਿਉਂ ਕਰਦਾ ਏ? ਚੱਲ ਕਬੂਤਰੇ ਮਹਿ ਪਹੁੰਚਾਇਓ, ਛੇਨ ਮੋਹੇ ਤੇ ਤਾਹਾਂ ਰਖਾਇਓ। ਸਤਿਗੁਰਾਂ ਨੂੰ ਇਹਨਾਂ ਤੇ ਪਤਾ ਵੀ ਉਹ ਸਮਾਨ ਕਿਹਦੇ ਕੋਲੇ ਹੈ। ਉਹ ਜੋ ਮਾਇਆ ਸੀ ਉਹ ਦੁਕਾਨਦਾਰ ਕੋਲ ਨਹੀਂ ਸੀ। ਅੰਗੂਠੀ
ਜਿਹੜੀ ਮਾਇਆ ਦਾ ਰੂਪ ਉਹ ਬਸਤਰ ਸੀ ਨਾ, ਇਹਨਾਂ ਚੀਜ਼ਾਂ ਨੂੰ ਮਾਇਆ ਹੀ ਕਿਹਾ ਜਾਂਦਾ। ਜਿਹੜੀ ਭਰਮਾ ਦਿੰਦੀ ਕੋਤਵਾਲ ਨੂੰ ਭਰਮਾਇਆ ਤੇ ਹੋਇਆ, ਉਹ ਥਾਣੇ 'ਚ ਪਿਆ ਸੀ। ਗੁਰੂ ਜੀ ਕਹਿੰਦੇ ਚਲੋ ਠੀਕ ਹੈ, ਜਿੱਥੇ ਭੇਜਣਾ ਸੀ ਸਮਾਨ ਉੱਥੇ ਪੁੱਜ ਗਿਆ। ਹੀਰਾ ਹੀਰ ਮੁੰਦਰੀ ਮਾਹੀ ਧਰ ਅਦਾਲਤੀ ਆਪਣੇ ਪਾਹੀ। ਸਿਪਾਹੀ ਅੱਗੋਂ ਜਵਾਬ ਦੇਣ ਲੱਗੇ, ਕਹਿੰਦਾ ਗੁਰੂ ਜੀ ਉਹ ਸਮੁੰਦਰੀ ਦੇ ਵਿੱਚ ਹੀਰਾ ਬੜਾ ਕੀਮਤੀ ਸੀ, ਜਿਹਦੀ ਬਦੌਲਤ ਇਹਨੂੰ ਅਸੀਂ ਫੜਦੇ ਆ, ਸਾਡਾ ਕੋਤਵਾਲ ਛੱਡਣ ਲਈ ਤਿਆਰ ਨਹੀਂ। ਉਹ ਕਹਿੰਦਾ ਐਡਾ ਕੀਮਤੀ ਹੀਰਾ ਨਗ ਮੁੰਦਰੀ ਤੇਰੇ ਕੋਲ ਕਿੱਥੋਂ ਆਈ ਹੈ? ਨਿਰਨੇ ਕਰਨ ਹੇਤ ਪਠ ਦੋਏ ਇੱਕ ਤੋਂ ਗਇਓ ਬੂਝ ਕਰ ਸੋਏ। ਹੁਣ ਕਹਿੰਦੇ ਇੱਥੇ ਇਹ ਗੱਲਾਂ ਚੱਲ ਰਹੀਆਂ ਨੇ, ਉਧਰ ਜਾ ਕੇ ਉਹ ਕੋਤਵਾਲ ਨੂੰ ਦੱਸਦਾ, ਕਹਿੰਦਾ ਕੋਤਵਾਲ ਜੀ ਖੁਸ਼ਖਬਰੀ ਹੈ ਬਹੁਤ ਵੱਡੀ। ਕਹਿੰਦਾ ਦੱਸ। ਕਹਿੰਦਾ ਜੀ ਜੇ ਇੱਕਦਮ ਦੱਸਤੀ ਤੇ ਤੁਹਾਡੇ ਤੋਂ ਝੱਲ ਵੀ ਨਹੀਂ ਹੋਣੀ। ਕਈ ਵਾਰ ਖੁਸ਼ਖਬਰੀਆਂ ਇਦਾਂ ਦੀਆਂ ਹੁੰਦੀਆਂ, ਬੰਦੇ ਦਾ ਮੂਡ ਵੇਖ ਕੇ ਤੇ ਬੰਦਾ ਵੇਖ ਕੇ ਗੱਲ ਕਰਨੀ ਪੈਂਦੀ ਹੈ। ਬਹੁਤੀ ਖੁਸ਼ੀ ਵੀ ਸੁਣਾ ਦਿਓ ਕਿ ਬੰਦਾ ਅਟੈਕ ਨਾਲ ਹੀ ਮਰ ਜਾਂਦਾ ਸੁਣ ਕੇ। ਉਹ ਕਹਿੰਦੇ ਕੋਤਵਾਲ ਜੀ ਗੱਲ ਹੈ ਖੁਸ਼ੀ ਦੀ, ਪਰ ਗੱਲ ਦੇਖਿਆ ਬਾਨੀ ਹੈ। ਇਮ ਮੋਕੋ ਮੁਸ਼ਕਲ ਬਨ ਗਈ ਅਬ ਗਮਨੋ ਸਭ ਹੀ ਕਹਿ ਦਈ। ਉਹ ਕਹਿੰਦਾ ਦੱਸ ਤੇ ਸਹੀ ਖੁਸ਼ਖਬਰੀ ਕੀ ਹੈ? ਕਹਿੰਦਾ ਜੀ ਸਾਡਾ ਤੇ ਕੰਮ ਮੁਸ਼ਕਲ ਆ, ਅਸੀਂ ਤੇ ਸਿਪਾਹੀਆਂ ਹੌਲਦਾਰਾਂ ਅਸੀਂ ਥੋੜਾ ਕੁਝ ਕਰ ਸਕਦੇ ਹਾਂ, ਇਹ ਕੰਮ ਤੁਹਾਡਾ ਹੈ। ਜੋ ਮੈਂ ਸੁਣਿਆ ਮੈਨੂੰ ਲੱਗਦਾ ਖੁਸ਼ੀ ਵਾਲੀ ਗੱਲ ਹੈ, ਤੁਸੀਂ ਆਪ ਜਾਓ, ਆਪ ਵੇਖੋ, ਆਪ ਪੁੱਛੋ, ਲੱਗਦਾ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ। ਕੋਤਵਾਲ ਲਾਲਚੀ ਸੀ, ਅਕਸਰ ਇਦਾਂ ਦੇ ਲੋਕ ਲਾਲਚੀ ਹੁੰਦੇ। ਕਹਿੰਦਾ ਪੱਕੀ ਗੱਲ ਹੈ? ਕਹਿੰਦੇ ਜੀ ਬਿਲਕੁਲ। ਕਹਿੰਦਾ ਜੀ ਮੈਨੂੰ ਏਦਾਂ ਲੱਗਦਾ ਜੇ ਤੁਸੀਂ ਇਸ ਕੇਸ ਨੂੰ ਹੈਂਡਲ ਕਰ ਲਿਆ, ਇਹ ਕੇਸ ਫੜ ਲਿਆ ਨਾ, ਤੇ ਤੁਹਾਡੀ ਬਦਲੀ ਨਹੀਂ ਹੋਣੀ, ਤੁਹਾਡਾ ਰੁਤਬਾ ਵੱਡਾ ਹੋ ਜਾਏਗਾ। ਲੋਕਾਂ ਨੂੰ ਬਦਲੀਆਂ ਦਾ ਖਤਰਾ ਹੁੰਦਾ ਨਾ, ਇੱਥੇ ਰੁਤਬਿਆਂ ਦੀ ਗੱਲ ਚੱਲਦੀ ਹੈ। ਤੁਹਾਡਾ ਐਡਾ ਵੱਡਾ ਰੁਤਬਾ ਹੋਏਗਾ, ਔਰੰਗਜ਼ੇਬ ਬਾਦਸ਼ਾਹ ਦੇ ਕੋਲ ਤੁਹਾਡਾ ਨਾਮ ਜਾਏਗਾ। ਜਾਏ ਅਯਾਲੀ ਅਜਾ ਸਮਾਰੀ ਗਇਓ ਸਿਪਾਹੀ ਸਕਲ ਉਚਾਰੀ। ਕਹਿੰਦੀ ਉਸੇ ਵੇਲੇ ਕੋਤਵਾਲ ਨੇ ਜਿਹੜਾ ਸਿਪਾਹੀ ਖੜਾ ਸੀ ਉਹਨੂੰ ਹੁਕਮ ਕਰਤਾ, ਭੇਜ ਦਿੱਤਾ ਇੱਕ ਖੱਤ। ਕਹਿੰਦੇ ਵਾਲ ਛੱਡ ਦਿਓ ਆ ਜਿਹੜੀ ਨੂੰ। ਮਰਦ ਨੇ ਪਹਿਲੇ ਕਿਹਾ ਸੀ ਨਾ ਤੂੰ ਕਿਉਂ ਫਿਕਰ ਕਰਦਾ, ਤੂੰ ਤੇ ਚਲਿਆ ਜਾਏਗਾ, ਤੂੰ ਨਾ ਫਿਕਰ ਕਰ। ਆਜੜੀ ਨੇ ਟੇਕਿਆ ਮੱਥਾ, ਕਹਿੰਦਾ ਚੰਗਾ ਜੀ। ਮਰਦ ਕਹਿੰਦੇ ਮੌਜਾਂ ਕਰ ਭਾਈ, ਸਿਰ ਹੱਥ ਰੱਖਦਾ। ਕਹਿੰਦੀ ਖੁਸ਼ ਰਹਿ ਜੀਵਨ ਚ ਚਿੰਤਾ ਨਾ ਕਰੀ। ਉਹ ਵਿਚਾਰਾ ਆਪਣੀਆਂ ਭੇਡਾਂ ਚਾਰਦਾ ਗਿਆ। ਹੁਣ ਗਿਣਤੀ ਦੀਆਂ ਭੇਡਾਂ ਥੋੜੀਆਂ ਸੀ, ਜਦੋਂ ਬਾਅਦ ਵਿੱਚ ਗਿਆ ਉਹ ਭੇਡਾਂ ਦੀ ਗਿਣਤੀ ਵੀ ਜ਼ਿਆਦਾ। ਆਖੋ ਸਤਨਾਮ। ਉਹ ਜਿੰਨੀ ਕੁ ਉਹਦੀ ਗੈਰ ਹਾਜ਼ਰੀ ਲੱਗੀ, ਮਰਦ ਨੇ ਕਿਰਪਾ ਕਰਕੇ ਭੇਡਾਂ ਵਧਾਤੀਆਂ। ਮੁੜ ਕੇ ਤੇ ਉਹ ਬੰਦਗੀ ਵਾਲਾ ਸਾਧੂ ਬਣ ਗਿਆ, ਜਮਾਨੇ ਤੋਂ ਹੀ ਪਾਸੇ ਹੋ ਗਿਆ। ਕਹਿੰਦੇ ਆਜੜੀ ਦੀ ਛੁੱਟੀ ਜਾਨ। ਉਧਰ ਇੱਕ ਸਿਪਾਹੀ ਗੁਰੂ ਸਾਹਿਬ ਕੋਲ ਬੈਠਾ ਗੱਲਾਂ ਕਰਦਾ, ਕਹਿੰਦਾ ਮਹਾਰਾਜ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਨਿਕਲ ਜਾਓ ਇੱਥੋਂ। ਰੱਬ ਜਾਗਿਆ ਉਹਦੇ ਅੰਦਰ। ਸੱਚੇ ਪਾਤਸ਼ਾਹ ਉਹ ਸਿਪਾਹੀ ਤੇ ਕੋਤਵਾਲ ਦੇ ਆਉਣ ਤੋਂ ਪਹਿਲਾਂ ਤੁਸੀਂ ਘੋੜਿਆਂ ਤੇ ਸਵਾਰ ਹੋਵੋ, ਆਗਰਾ ਛੱਡ ਜਾਵੋ। ਤੁਹਾਡੀ ਸ੍ਰੀ ਗੁਰ ਤੇਗ ਬਹਾਦਰ ਮਾਨਤ ਸਭ ਹਿੰਦੂ ਜਹ ਸਾਦਰ। ਸਤਿਗੁਰ ਕਹਿੰਦੇ ਨਹੀਂ ਭਾਈ ਸੱਜਣਾ, ਜਿਉਂਦਾ ਰਹੇ। ਸ਼ੇਰਾਂ ਦਾ ਕੰਮ ਨਹੀਂ ਹੁੰਦਾ ਲੁਕ ਲੁਕ ਕੇ ਚੱਲਣਾ। ਅਸੀਂ ਗ੍ਰਿਫਤਾਰੀ ਤੋਂ ਡਰਦੇ ਨਹੀਂ, ਅਸੀਂ ਤੇ ਆਪ ਗ੍ਰਿਫਤਾਰੀ ਆਗਰੇ ਦੇਣ ਆਏ ਆ। ਸਤਨਾਮ। ਕਿਉਂਕਿ ਹਿੰਮਤ ਨਹੀਂ ਪੈਂਦੀ ਸੀ ਕਿਸੇ ਦੀ ਕੋਈ ਸਾਨੂੰ ਗ੍ਰਿਫਤਾਰ ਕਰੇ। ਸੱਚੀ ਗੱਲ ਹੈ ਜੀ। ਸਮਾਣੇ ਆਏ, ਉੱਥੇ ਦਾ ਪਠਾਨ ਗੁਰੂ ਸਾਹਿਬ ਦਾ ਸਾਥੀ ਹੋ ਗਿਆ। ਪਹਿਲਾਂ ਸੈਫਦੀਨ ਸਤਿਗੁਰਾਂ ਨਾਲ ਪ੍ਰੇਮ ਕਰਦਾ, ਉੱਥੇ ਜੀ ਪੁਲਿਸ ਵਾਲਾ ਵੜਿਆ। ਕੋਈ ਇਲਾਕੇ ਦੇ ਵਿੱਚ ਬੜੇ ਪੁਲਿਸ ਵਾਲੇ ਆਏ, ਮਨ ਬਦਲ ਜਾਂਦਾ ਸੀ, ਅਸੀਂ ਕਿਉਂ ਪਾਪ ਕਮਾਈਏ, ਪਾਪਾਂ ਦਾ ਠੇਕਾ ਔਰੰਗਜ਼ੇਬ ਦੇ ਸਿਰ ਭੱਜਣਾ, ਤੇ ਅਸੀਂ ਵਿੱਚ ਕਿਉਂ ਫਸੀਏ। ਤੇ ਸਾਧੂ ਨੇ, ਬੰਦਗੀ ਵਾਲੇ ਨੇ, ਰੱਬ ਦੇ ਪਿਆਰੇ ਨੇ, ਇਹਨਾਂ ਦਾ ਕਸੂਰ ਕੀ ਹੈ? ਤੇ ਅੱਜ ਇਹ ਸਿਪਾਹੀ ਕਹਿੰਦਾ ਮਹਾਰਾਜ ਜੇ ਸਾਡੀ ਬੇਨਤੀ ਤੁਸੀਂ ਮੰਨੋ, ਚੁੱਪਚਾਪ ਇੱਥੋਂ ਪੰਜੇ ਸਿੱਖਾਂ ਦੇ ਸਮੇਤ ਨਿਕਲ ਜਾਓ। ਮਰਦ ਕਹਿੰਦੇ ਨਹੀਂ ਭਾਈ ਅਸੀਂ ਕਿਤੇ ਨਹੀਂ ਜਾਣਾ। ਸਾਪ ਦੁਸ਼ਾਲਾ ਹੈ ਤਿਨ ਕੇਰਾ ਖਟ ਅਸਵਾਰ ਸੰਗ ਤੇ ਹੀਰਾ। ਤੇ ਹੁਣ ਉਧਰ ਕੋਤਵਾਲ ਗੱਲਾਂ ਕਰਦੇ, ਕਹਿੰਦਾ ਜਿਨ੍ਹਾਂ ਕੋਲ ਛਾਪ ਹੈ, ਛੱਲਾ ਸੀ ਕੀਮਤੀ ਹੀਰੇ ਵਾਲਾ, ਉਹਨਾਂ ਕੋਲ ਹੋਰ ਕੀ ਹੈ? ਗਿਆ ਸਿਪਾਹੀ ਕਹਿੰਦਾ ਜੀ ਉਹਨਾਂ ਕੋਲ 6 ਘੋੜੇ ਨੇ, ਅਰਬੀ ਨਸਲ ਦੇ ਘੋੜੇ, ਸਵਾ ਲੱਖ ਤੋਂ ਜਿਨ੍ਹਾਂ ਦੀ ਉੱਪਰ ਕੀਮਤ ਹੈ, ਤੇ ਕੀਮਤੀ ਵਸਤਰ ਪਾਏ ਨੇ। ਸੁਨ ਅਦਾਲਤੀ ਉਰ ਹਰ ਖਾਨਾ ਔਚਕ ਭਲੋ ਆਪਨੋ ਜਾਨਾ। ਅਦਾਲਤੀ ਨਾਮ ਕੀ ਦਾ ਹੈ? ਥਾਣੇਦਾਰ।
ਬੜਾ ਖੁਸ਼ ਹੋਇਆ। ਸਿਰਫ ਸਿਪਾਹੀ ਨੇ ਇੱਕ ਨਾਮ ਨਹੀਂ ਦੱਸਿਆ, ਸਾਰਾ ਹੁਲੀਆ ਦੱਸਦਾ। ਉਹ ਹੌਲੀ ਹੌਲੀ ਦੱਸਦਾ ਜੇ ਬਹੁਤਾ ਖੁਸ਼ ਹੋ ਗਿਆ ਇਹਨੇ ਪਤਾ ਨਹੀਂ ਕਿਹੜਾ ਹੁਕਮ ਜਾਰੀ ਕਰ ਦੇਣਾ। ਆਓ ਚੱਲੀਏ ਵੇਖਣ ਵਾਸਤੇ। ਹੁਣ ਕੋਤਵਾਲ ਸੋਚਦਾ ਵੀ ਜੇ ਕਿਤੇ ਇਹ ਸੌਦਾ ਸਾਡੇ ਲਾਹੇ ਦਾ ਹੋਇਆ ਫਿਰ ਤੇ ਸਾਰੀ ਜ਼ਿੰਦਗੀ ਨੌਕਰੀ ਕਰਨ ਦੀ ਲੋੜ ਨਹੀਂ। ਉਹ ਇੰਨੀ ਖੁਸ਼ੀ ਮਨਾਉਣ ਲੱਗਿਆ ਏ। ਜਿਸ ਕੇ ਹਿਤ ਖੋਜਤ ਬਹੁ ਦੇਸ਼, ਗਹਿਨ ਸ਼ਾਹੋ ਨਿਤ ਚਹਿ ਵਿਸ਼ੇਸ਼। ਆਖਰਕਾਰ ਇੱਕ ਬੰਦਾ ਹੋਰ ਭੇਜਿਆ, ਉਹਨੇ ਜਾ ਕੇ ਨਾਮ ਪਤਾ ਕੀਤਾ ਤੇ ਦੱਸਿਆ ਕਿ ਕਹਿੰਦਾ ਜੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਖਬਰ ਸੁਣਦਿਆਂ ਸਮਾਂ ਲੱਗ ਗਿਆ ਨਾ, ਹੌਲੀ 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 ਹੌਲੀ। ਹੁਣ ਕੋਤਵਾਲ ਇੰਨਾ ਖੁਸ਼ ਹੋਇਆ, ਕਹਿੰਦਾ ਮੈਂ ਮਰਦ ਕੋਲ ਸਿੱਧਾ ਕਿਉਂ ਜਾਵਾਂ, ਮੈਂ ਵੱਡੇ ਸੂਬੇਦਾਰ ਨਾਲ ਗੱਲ ਕਰਦਾ, ਘੇਰਾ ਪਾ ਕੇ ਗ੍ਰਿਫਤਾਰ ਕਰ ਦਿਓ, ਇਹਨਾਂ ਦੇ ਸਿਰ ਤੇ ਇਨਾਮ ਹੀ ਬਹੁਤ ਵੱਡਾ। ਆਖੋ ਸਤਨਾਮ। ਕਿਉਂਕਿ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਸੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਰਹੇ ਨੇ, ਕੋਈ ਉਹਨਾਂ ਦਾ ਕੋਈ ਭੇਦ ਵੀ ਦੱਸ ਦੇ, ਪਤਾ ਵੀ ਦੱਸ ਦੇ, ਮੂੰਹ ਮੰਗਿਆ ਇਨਾਮ ਦਿੱਲੀ ਦੇ ਦਰਬਾਰ ਵਿੱਚ ਦਿੱਤਾ ਜਾਏਗਾ। ਤੇ ਲੋਕੀ ਲੱਭਦੇ ਫਿਰਦੇ। 5000 ਸਿਪਾਹੀ ਤੇ ਪੰਜਾਬ ਦੀ ਧਰਤੀ ਤੇ ਹਲਕੇ ਕੁੱਤੇ ਵਾਂਗ ਲੱਭਦਾ ਫਿਰਦਾ ਸੀ। ਕਿਸ ਲਈ? ਤਰੱਕੀਆਂ ਮਿਲਣਗੀਆਂ, ਫੀਤੀਆਂ ਲੱਗਣਗੀਆਂ, ਫਲਾਣੇ ਨੇ ਗੁਰੂ ਨੂੰ ਗ੍ਰਿਫਤਾਰ ਕਰ ਲਿਆ, ਬਹੁਤਾ ਹੀ ਸੀ। ਤੇ ਕੋਤਵਾਲ ਖੁਸ਼, ਕਹਿੰਦਾ ਲਓ ਜੀ ਸੁੱਤੇ ਪਿਆ ਨੂੰ ਕੁਬੇਰ ਦਾ ਖਜ਼ਾਨਾ ਮਿਲ ਗਿਆ। ਆਏ ਅਚਾਨਕ ਹੀ ਅਬ ਗਇਓ, ਖੋਜੈ ਕਹੂੰ ਨਾ ਪ੍ਰਾਪਤ ਭਇਓ। ਉਹ ਜਿਨ੍ਹਾਂ ਨੂੰ ਲੱਭਣ ਵਾਸਤੇ ਸਾਰਾ ਹਿੰਦੁਸਤਾਨ ਖੋਜ ਲਿਆ, ਉਹ ਨਹੀਂ ਲੱਭੇ ਕਿਸੇ ਨੂੰ। ਸਾਡੀ ਕਿਸਮਤ ਲੱਕੀ, ਸਾਡੀ ਕਿਸਮਤ ਜਾਗੀ, ਸਾਡੇ ਤੇ ਘਰ ਬੈਠਿਆਂ ਸਾਡੇ ਕੋਲ ਆਪ ਹੀ ਆ ਗਏ। ਆਖੋ ਸਤਨਾਮ। ਉਹ ਖੁਸ਼ੀ ਦਾ ਟਿਕਾਣਾ ਨਹੀਂ। ਇੱਧਰ ਸਿੱਖ ਸੋਚਦੇ ਮਹਾਰਾਜ ਖੇਡ ਕੀ ਵਰਤਾਤੀ। ਮਰਦ ਕਹਿੰਦੇ ਸਿੱਖੋ ਤਿਆਰ ਹੋ ਜਾਓ, ਹੁਣ ਸਰੀਰ ਆਪਣੇ ਦਾ ਅੰਤਮ ਸਮਾਂ ਨੇੜੇ ਆ ਗਿਆ। ਆਖੋ ਸਤਨਾਮ। ਠੀਕਰਾ ਭੰਨਣਾ ਔਰੰਗਜ਼ੇਬ ਦੇ ਸਿਰ ਤੇ। ਦਿੱਲੀ ਵਿੱਚ ਜਾ ਕੇ ਉਹਦੇ ਰਾਜ ਦੇ ਸਿੰਘਾਸਣ ਦਾ ਇੱਕ ਪਾਵਾ ਤੋੜ ਦੇਣਾ। ਗੁਰਮੁਖੋ ਇਹ ਜਿਹੜੇ ਹਾਲਾਤ ਚੱਲ ਪਏ ਨੇ ਖੂਬ ਏਦਾਂ ਹੀ ਨੇ ਜਿਵੇਂ ਦਸ਼ਮੇਸ਼ ਪਿਤਾ ਜੀ ਦਾ ਇਸ ਮਹੀਨੇ ਚ ਪਰਿਵਾਰ ਵਿਛੜਿਆ। ਆਨੰਦਪੁਰ ਤੋਂ ਚੱਲੇ, 2 ਸਪੁੱਤਰ ਸਤਿਗੁਰਾਂ ਦੇ ਨਾਲ, ਇੱਕ ਪਰਿਵਾਰ ਦਾ ਹਿੱਸਾ ਇੱਕ ਪਾਸੇ ਦਿੱਲੀ ਨੂੰ ਭਾਈ ਮਨੀ ਸਿੰਘ ਜੀਆਂ ਦੇ ਨਾਲ, ਛੋਟੇ ਸਪੁੱਤਰ ਤੇ ਮਾਤਾ ਜੀ ਇੱਕ ਪਾਸੇ। ਵਿਛੋੜੇ ਦਾ ਦੁੱਖ ਵੱਡਾ ਨਾ ਦੁਨੀਆ 'ਚ ਸਾਰਿਆਂ ਤੋਂ। ਤੇ ਫਿਰ ਵਿਛੋੜਾ ਵੀ ਪਿਆ, ਦੁੱਖ ਵੀ ਝੱਲੇ, ਪੁੱਤਰ ਵੀ ਦੁਨੀਆ ਤੋਂ ਵਿਛੜ ਗਏ। ਸਭ ਕੁਝ ਹੁੰਦੇ ਹੋਏ ਵੀ, ਝੱਲਦੇ ਹੋਏ ਵੀ, ਪਰ ਸੀ ਨਰਸ ਨਾ ਤੋਂ ਆਖੀ। ਸੇਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਅੱਜ ਆਰੰਭ ਹੋਇਆ ਹੈ। ਬਸ ਉਹੀ ਤਸੀਹੇ ਚੱਲਣੇ ਨੇ ਕੱਲ ਤੋਂ ਬਾਅਦ। ਜਦੋਂ ਕੋਈ ਹਵਾਲਾਤ ਵਿੱਚ ਹੋਵੇ, ਗ੍ਰਿਫਤਾਰੀ ਵਿੱਚ ਹੋਵੇ, ਉੱਥੇ ਮੂੰਹ ਮੰਗੀਆਂ ਚੀਜ਼ਾਂ ਨਹੀਂ ਮਿਲਦੀਆਂ। ਕਿਹਨਾਂ ਨੂੰ? ਜਿਨ੍ਹਾਂ ਤੇ ਖਾਸ ਕਰਕੇ ਸਰਕਾਰ ਦੀ ਨਜ਼ਰ ਹੋਵੇ, VIP ਟ੍ਰੀਟ ਨਹੀਂ ਮਿਲਦਾ ਉੱਥੇ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ 2 ਦਿਨਾਂ ਦੇ ਭੁੱਖੇ ਪਿਆਸੇ ਬੈਠੇ ਨੇ, ਕਿਸੇ ਨੇ ਪਾਣੀ ਨਹੀਂ ਅਜੇ ਤੱਕ ਪੁੱਛਿਆ। ਕਿਉਂਕਿ ਆ ਜਿਹੜੀ ਆਇਆ ਜਾਨ ਬਚਾ ਕਿਉਂ ਨਿਕਲ ਗਿਆ। ਇੱਥੇ ਸਤਿਗੁਰ ਜੀ ਆਨੰਦ ਚ ਬੈਠੇ ਨੇ। ਉਹ ਸਿਪਾਹੀ ਜਿਹੜਾ ਕੋਲ ਬੈਠਾ, ਕਿਉਂਕਿ ਹਰ ਇਨਸਾਨ, ਹਰ ਪੁਲਿਸ ਵਾਲਾ, ਹਰ ਫੌਜੀ ਦਿਲ ਦਾ ਮਾੜਾ ਨਹੀਂ ਹੁੰਦਾ। ਜਿਹੜੇ ਹੁੰਦੇ ਨੇ ਉਹਨਾਂ ਵਰਗਾ ਹਰ ਕੋਈ ਨਹੀਂ ਹੁੰਦਾ। ਆਖੋ ਸਤਨਾਮ। ਇੱਕ ਜਾ ਕੇ ਭੇਦ ਦੱਸਦਾ ਤੇ ਇੱਕ ਬੈਠਾ ਕਹਿੰਦਾ ਮਹਾਰਾਜ ਜੇ ਤੁਸੀਂ ਨਿਕਲ ਜਾਓ ਕੋਈ ਗੱਲ ਨਹੀਂ, ਮੈਨੂੰ ਫਾਂਸੀ ਲਾ ਦੇਣਗੇ ਵੀ ਮੈਂ ਤੁਹਾਨੂੰ ਭਜਾ ਦਿੱਤਾ। ਇਹੀ ਹੋ ਸਕਦਾ ਨਾ, ਪਰ ਮੇਰਾ ਦਿਲ ਦੁਖਦਾ ਹੈ ਤੁਸੀਂ ਗ੍ਰਿਫਤਾਰੀ ਦੇ ਦਿੱਤੀ। ਸਤਿਗੁਰ ਜੀ ਕੀ ਤਸੀਹੇ ਝੱਲਣੇ ਪੈਣਗੇ। ਗੁਰੂ ਜੀ ਕਹਿੰਦੇ ਭਾਈ ਦੁੱਖਾਂ ਤੋਂ ਡਰ ਨਹੀਂ ਲੱਗਦਾ, ਦੁੱਖਾਂ ਵਰਗੇ ਹੋ ਗਏ ਆ। ਕਹਿ ਕਰ ਸੁਧ ਕੋ ਦੇਹ ਪਠਾਈ, ਸ਼ਾਹੋ ਪ੍ਰਸੰਨ ਹੋਏ ਅਧਿਕਾਈ। ਉਸੇ ਵੇਲੇ ਕੋਤਵਾਲ ਨੇ, ਥਾਣੇਦਾਰ ਨੇ ਇੱਕ ਆਪਣਾ ਸਿਪਾਹੀ ਭੇਜਿਆ ਆਗਰੇ ਦੇ ਕਿਲੇ ਵਿੱਚ। ਕਿਲੇ ਚ ਕੌਣ ਸੀ? ਕਿਲੇਦਾਰ। ਕਿਲਾ ਕਿਹਨਾਂ ਕੋਲ ਹੁੰਦਾ? ਉਹਨਾਂ ਸਮਿਆਂ ਦਾ ਸੂਬਾ ਇੱਕ ਸਟੇਟ ਨੂੰ ਕਿਹਾ ਜਾਂਦਾ ਹੈ। ਸਟੇਟ ਦਾ ਮਾਲਕ ਅੱਜ ਦਾ CM, ਮੁੱਖ ਮੰਤਰੀ। ਹੁਣ ਉਹਨਾਂ ਸਮਿਆਂ ਦਾ ਆਗਰੇ ਦਾ ਮੁੱਖ ਮੰਤਰੀ ਕਹਿ ਲਓ, ਸੂਬਾ ਆਖ ਲਓ, ਉਹ ਕਿਲੇ 'ਚ ਸੀ। ਹੁਣ ਕਿਸੇ ਥਾਣੇ ਵਿੱਚ ਐਡੀ ਜ਼ਰੂਰਤ ਨਹੀਂ ਹੁੰਦੀ, ਕੋਈ ਸਰਕਾਰੀ ਬੰਦਾ ਹੋਵੇ ਜਿਹਦੇ ਪਿੱਛੇ ਸਰਕਾਰ ਲੱਗੀ ਹੈ, ਤੇ ਸਰਕਾਰ ਦੇ ਉਸ ਦੁਸ਼ਮਣ ਨੂੰ ਕੋਈ ਥਾਣੇਦਾਰ ਆਪਣੇ ਹੱਥ ਨਹੀਂ ਫੜ ਸਕਦਾ ਜਿੰਨੀ ਦੇਰ ਉੱਪਰੋਂ ਪਰਮਿਸ਼ਨ ਨਾ ਮਿਲੇ। ਉਹ ਕਹਿੰਦਾ ਜੇ ਕਿਤੇ ਕੋਤਵਾਲ ਸੋਚਦਾ ਮੇਰੇ ਨਾਲ ਕਿਲੇਦਾਰ ਮਿਲ ਜੇ, ਸੂਬੇਦਾਰ ਮਿਲ ਜੇ, ਗੱਲ ਸੋਨੇ ਤੇ ਸੁਹਾਗੇ ਵਾਲੀ ਹੋਏਗੀ। ਇਮ ਠਹਿਰਾਏ ਵਿਚਾਰਤ ਔਰੇ,
ਮਮ ਢਿਗ ਅਹੈ ਸਿਪਾਹੀ ਥੋਰੇ। ਕਿਉਂਕਿ ਮੇਰੇ ਕੋਲ ਤੇ ਸਿਪਾਹੀ ਥੋੜੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦੁਸਤਾਨ ਦੀ ਪੁਲਿਸ ਲੱਭ ਰਹੀ ਹੈ। ਸਮੇਂ ਦੀ ਹਕੂਮਤ, ਇਸਲਾਮ ਧਰਮ ਦਾ ਮੋਢੀ ਕਹਾਉਣ ਵਾਲਾ ਔਰੰਗਜ਼ੇਬ ਪਾਪੀ, ਉਹਨੇ ਤੇ ਫਰਮਾਨ ਜਾਰੀ ਕੀਤਾ ਵੀ ਜੇ ਸਤਿਗੁਰ ਮੇਰੇ ਕੋਲ ਨਹੀਂ ਆਉਂਦੇ ਤੇ ਲੱਭ ਕੇ ਲੈ ਆਓ, ਮੈਂ ਮਰਦ ਕੋਲ ਕਰਾਮਾਤ ਵੇਖਣੀ ਹੈ। ਸਤਿਗੁਰ ਇੱਕ ਵਾਰ ਕਹਿ ਦੇਣ ਵੀ ਅਸੀਂ ਹਿੰਦੂਆਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ, ਮੈਂ ਸਤਿਗੁਰਾਂ ਨੂੰ ਛੱਡ ਦਿਆਂਗਾ ਤੇ ਹਿੰਦੂਆਂ ਤੇ ਰਗੜਾ ਫੇਰ ਧਰ ਦਿਆਂਗਾ। ਕਿਉਂਕਿ ਆਹੀ ਸੁੱਖਾਂ ਦੇ ਦਿਨ ਸੀ ਹਿੰਦੂ ਲੋਕਾਂ ਲਈ, ਜਦੋਂ ਸਵਾ ਮਣ ਜੰਝੂ ਲੈਣੇ ਬੰਦ ਹੋ ਗਏ ਸੀ। ਨਿਤ ਗਿਣਤੀ ਦਾ 1.25 ਲੱਖ ਬੰਦੇ ਤੋਂ ਉੱਪਰ ਕੱਟ ਵੱਢ ਕੇ ਉਹਨਾਂ ਦੇ ਖੂਨ ਦੇ ਵਿੱਚ ਔਰੰਗਜ਼ੇਬ ਵੀ ਨਹਾਉਂਦਾ ਸੀ ਤੇ ਸ਼ੇਰ ਅਫਗਾਨ ਕਸ਼ਮੀਰ ਦਾ ਸੂਬਾ ਵੀ। ਇੰਨਾ ਪਾਪ ਹੁੰਦਾ ਸੀ ਇਸ ਹਿੰਦੁਸਤਾਨ ਤੇ ਹਿੰਦੂ ਗਿਣਤੀ ਦੇ ਰਹਿ ਗਏ। ਮਰਦ ਨੇ ਹਾਂ ਦਾ ਨਾਰਾ ਮਾਰਿਆ, ਜਦੋਂ ਆਏ ਕਸ਼ਮੀਰ ਦੇ ਪੰਡਤ ਮਰਦ, ਸਾਡੇ ਤੇ ਧਰਮ ਨੂੰ ਖਤਰਾ ਹੋ ਗਿਆ। ਹੁਣ ਔਰੰਗਜ਼ੇਬ ਨੂੰ ਇਹ ਲੱਗਦਾ ਸੀ ਵੀ ਗੁਰੂ ਨਾਨਕ ਦੇ ਦਰ ਦੀ ਗੱਦੀ ਦੇ ਲੋਕ ਸਾਡੇ ਅੱਗੇ ਅੜ ਗਏ ਨੇ, ਜੇ ਉਹ ਰਸਤੇ ਤੋਂ ਪਾਸੇ ਹੋ ਜਾਣ ਅਸੀਂ ਸ਼ਰਿਆਮ ਕਤਲੇਆਮ ਕਰੀਏ। ਕਿਲੇਦਾਰ ਕੇ ਪਹੁੰਚਿਓ ਪਾਸ, ਸਰਬ ਵਾਰਤਾ ਕਰੀ ਪ੍ਰਕਾਸ਼। ਕਿਲੇਦਾਰ ਨੇ ਉਸੇ ਵੇਲੇ ਤਾਰ ਭੇਜ ਦਿੱਤੀ, ਹਵਾਲਾਤ ਨੂੰ ਪੇਸ਼ ਕੀਤਾ ਜਾਏ। ਹੁਣ ਹਵਲਦਾਰ ਚੱਲ ਕੇ ਥਾਣੇਦਾਰ ਆਇਆ, ਜਾ ਕੇ ਨਮਸਕਾਰ ਕੀਤੀ, ਕਹਿੰਦਾ ਸੂਬਾ ਜੀ ਇਸ ਗੱਲ ਵਿੱਚ ਦੋਨਾਂ ਨੂੰ ਬੈਨੀਫਿਟ ਲਾਭ ਹੈ। ਕਹਿੰਦਾ ਕੀ? ਕਹਿੰਦਾ ਗੱਲ ਹੌਲੀ ਸੁਣੋ, ਕੰਧਾਂ ਦੇ ਵੀ ਕੰਨ ਹੁੰਦੇ, ਆਖੋ ਸਤਨਾਮ। ਉਹ ਥਾਣੇਦਾਰ ਕਹਿੰਦਾ ਜਾ ਕੇ ਸਮੇਂ ਦੇ ਸੂਬੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਸਿੱਖਾਂ ਤੇ ਹਿੰਦੂਆਂ ਦੇ ਗੁਰੂ, ਉਹ ਜਾਣੇ ਅਣਜਾਣੇ ਸਾਡੇ ਆਗਰੇ ਦੇ ਬਾਗ ਵਿੱਚ ਬੈਠੇ ਨੇ, ਕਿਸੇ ਨੂੰ ਕਨਸ਼ੋ ਤੱਕ ਨਹੀਂ। ਮੁਝ ਪਰ ਪ੍ਰਸੰਨ ਹਵੈ ਸ਼ਾਹੂ, ਔਚਕ ਆਏ ਗਇਓ ਗੁਰ ਪਾਹੂ। ਵੇਖੋ ਜੇ ਮੈਂ ਸਤਿਗੁਰਾਂ ਨੂੰ ਗ੍ਰਿਫਤਾਰ ਕਰਦਾ ਤੇ ਔਰੰਗਜ਼ੇਬ ਮੇਰੇ ਤੇ ਖੁਸ਼ ਹੋਏਗਾ, ਮੈਨੂੰ ਤਰੱਕੀਆਂ ਦੇਗਾ। ਤੇ ਖੁਸ਼ਾਮਦ ਕਰਦਾ ਜਮਚਾਗਿਰੀ। ਕਹਿੰਦਾ ਜੀ ਵੇਖੋ ਮੈਂ ਸੋਚਿਆ ਤੁਸੀਂ ਮੇਰੇ ਆਪਣੇ ਹੋ, ਕਿਉਂ ਨਾ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂ, ਤੁਸੀਂ ਆਪਣੀ ਫੌਜ ਮੇਰੇ ਨਾਲ ਭੇਜੋ, ਗ੍ਰਿਫਤਾਰ ਆਪਾਂ ਸਤਿਗੁਰਾਂ ਨੂੰ ਕਰਾਂਗੇ। ਔਰੰਗਜ਼ੇਬ ਤੁਹਾਨੂੰ ਆਪਣਾ ਵੱਡਾ ਕੈਬਨਿਟ ਦਾ ਵਜ਼ੀਰ ਬਣਾ ਲਏਗਾ, ਮੰਤਰੀ। ਹੁਣ ਤੇ ਸੂਬੇਦਾਰ ਹੋ ਤੁਸੀਂ ਆਗਰੇ ਦੇ। ਲਾਲਚ ਉਹਦੇ ਮਨ 'ਚ ਵੀ ਆ ਗਿਆ ਵੀ ਐਡੀ ਸੌਖੀ ਤਰੱਕੀ ਜੇ ਘਰ ਬੈਠਿਆਂ ਮਿਲਦੀ ਹੈ, ਹੋਰ ਚਾਹੀਦਾ ਕੀ ਹੈ। ਜਿਸ ਹਿਤ ਕਈ ਬਾਰ ਪਰਵਾਨੇ, ਆਏ ਹੋਤੇ ਪਠੇ ਤਬ ਜਾਣੇ। ਕਿਉਂਕਿ 6 ਤੋਂ 7 ਮਹੀਨਿਆਂ ਦਾ ਸਮਾਂ ਹੋ ਗਿਆ, ਔਰੰਗਜ਼ੇਬ 15 ਦਿਨਾਂ ਬਾਅਦ ਖੱਤ ਭੇਜ ਰਿਹਾ ਸੀ ਪੂਰੇ ਹਿੰਦੁਸਤਾਨ ਦੇ ਕਿਲਿਆਂ ਵਿੱਚ, ਥਾਣਿਆਂ ਵਿੱਚ। ਮਿਲੇ ਸਤਿਗੁਰ ਕਿਤੇ? ਥੱਲੇ ਤੋਂ ਉੱਪਰ ਤੱਕ ਰਿਪੋਰਟਾਂ ਇੰਟੈਲੀਜੈਂਸ ਦੀਆਂ ਜਾ ਰਹੀਆਂ ਨੇ, ਗੁਰੂ ਸਾਹਿਬ ਲੱਭਦੇ ਨਹੀਂ ਜੀ ਕਿਤੇ। ਸ਼ੱਕ ਹੋਇਆ, ਹਿੰਦੂਆਂ ਦੇ ਘਰ ਉਹ ਖੋਜੇ ਗਏ, ਸਿੱਖਾਂ ਦੇ ਘਰ ਖੋਜੇ, ਨਹੀਂ ਮਿਲੇ। ਇੱਥੋਂ ਤੱਕ ਮੁਸਲਮਾਨਾਂ ਦੇ ਘਰਾਂ ਵਿੱਚ ਵੀ ਛਾਪੇਮਾਰੀ ਹੋਈ ਵੀ ਗੁਰੂ ਸਾਹਿਬ ਦੇ ਮੁਸਲਮਾਨ ਵੀ ਬੜੇ ਸ਼ਰਧਾਲੂ ਉੱਥੇ ਨਾ ਹੋਣ, ਪਰ ਮਰਦ ਕਿਤੇ ਨਾ ਮਿਲੇ। ਤੇ ਅੱਜ ਇਹ ਕ੍ਰੈਡਿਟ ਲੈਣਾ ਚਾਹੁੰਦੇ ਨੇ ਵੀ ਜਿਹੜੇ ਸਤਿਗੁਰ ਔਰੰਗਜ਼ੇਬ ਦੇ ਹਜ਼ਾਰਾਂ ਖੱਤਾਂ ਤੋਂ ਨਹੀਂ ਲੱਭੇ, ਚਿੱਠੀਆਂ ਭੇਜ ਕੇ ਅੱਜ ਸੌਖੇ ਮਿਲ ਜਾਣਗੇ, ਉਹ ਵੀ ਬਾਦਸ਼ਾਹ ਦੇ ਸ਼ਹਿਰ 'ਚ। ਇੰਨਾ ਸੈਂਸਿਟਿਵ ਸ਼ਹਿਰ, ਕਿਉਂਕਿ ਦਿੱਲੀ ਅਤੇ ਆਗਰਾ ਉਹਨਾਂ ਦਿਨਾਂ 'ਚ ਇੱਕੋ ਜਿਹੇ ਸੀ। ਜਾਂ ਤੇ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਹਕੂਮਤ ਤਖਤ ਆਗਰੇ ਤੋਂ ਚਲਾਉਂਦੀ ਸੀ ਜਾਂ ਦਿੱਲੀ ਤੋਂ। ਕਦੇ ਕਦੇ ਲਾਹੌਰ ਜਾਂਦਾ ਸੀ ਬਾਦਸ਼ਾਹ। ਜਦੋਂ ਤੱਕ ਮੁਸਲਮਾਨਾਂ ਦਾ ਰਾਜ ਰਿਹਾ, ਫਿਰ ਅੰਗਰੇਜ਼ਾਂ ਦਾ ਬਾਦਸ਼ਾਹ ਫਰਕਸ਼ੀਅਰ ਆਇਆ, ਉਹ ਸਿਰਫ ਦਿੱਲੀ ਤੱਕ ਹੀ ਸੀਮਤ ਰਿਹਾ। ਫਿਰ ਉਸ ਦਿੱਲੀ ਤੇ ਖਾਲਸੇ ਦਾ ਝੰਡਾ ਵੀ ਲਹਿਰਾਇਆ ਗਿਆ। ਇੱਕ ਦਿਨ ਰਾਜਾ ਬਘੇਲ ਸਿੰਘ ਬਣ ਗਏ ਕਿਸੇ ਦਿੱਲੀ ਦੇ, ਤੇ ਰਾਜਾ ਬਘੇਲ ਸਿੰਘ ਨੇ ਰਾਜ ਅੰਗਰੇਜ਼ਾਂ ਨੂੰ ਦੇਤਾ। ਆਖੋ ਸਤਨਾਮ। ਕਹਿੰਦੇ ਸਾਡੇ ਸਿੱਖਾਂ ਤੋਂ ਰਾਜ ਨਹੀਂ ਕਰ ਹੁੰਦਾ, ਸਾਡੀ ਤੇ ਭਗਤੀ ਜਾਂਦੀ ਹੈ। ਉਸ ਤਖਤ ਦੇ ਉੱਤੇ ਬੈਠਾ ਔਰੰਗਜ਼ੇਬ ਬਾਦਸ਼ਾਹ ਇਹ ਨਹੀਂ ਸੀ ਸੋਚ ਸਕਦਾ ਵੀ ਜਿਸ ਸ਼ਹਿਰ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੋਈ, ਮੇਰੇ ਸਤਿਗੁਰ ਉੱਥੇ ਆ ਗਏ। ਕਿਸੇ ਦੀ ਜ਼ਰੂਰਤ ਨਹੀਂ ਸੀ ਕੋਈ ਹੱਥ ਪਾ ਲਵੇ। ਇਸੇ ਰੀਤ ਸਭ ਦੇਸ਼ਨ ਮਾਹੀ, ਸ਼ਾਹੋ ਤਕੀਦ ਪਾਏ ਕਿਤਨਾਹੀ। ਕਹਿੰਦੇ ਹਾਲਾਤ ਇਹੋ ਜਿਹੇ ਸੀ, ਔਰੰਗਜ਼ੇਬ ਨੇ ਹਿੰਦੁਸਤਾਨ ਦੀ ਪੁਲਿਸ, ਇੰਟੈਲੀਜੈਂਸੀ, ਫੌਜ, 3 ਤਰ੍ਹਾਂ ਦੀ ਫੌਜ ਸੀ ਜਿਹੜੀ ਸਾਰੀ ਨੂੰ ਹੁਕਮ ਦੇਣ ਤੋਂ ਬਾਅਦ ਉਹਨੇ ਦੇਸ਼ਾਂ ਵਿਦੇਸ਼ਾਂ ਜਿਹੜੇ ਬਾਰਡਰ ਲੱਗਦੇ ਸੀ ਨਾ ਹਿੰਦੁਸਤਾਨ ਦੇ ਨਾਲ, ਅੱਜ ਕੱਲ ਤੇ ਹਿੰਦੁਸਤਾਨ ਛੋਟਾ ਹੈ, ਸਾਰਾ ਪਾਕਿਸਤਾਨ ਬੰਗਲਾਦੇਸ਼ ਦੇ ਵਿੱਚ ਸੀ, ਚਾਈਨਾ ਤੱਕ ਬਾਰਡਰ ਸੀ। ਕਹਿੰਦੇ ਸਾਰਿਆਂ ਨੂੰ ਜਿੰਨੇ ਸੀ ਅਫਗਾਨ ਦੇ ਲੋਕ ਸਭ ਨੂੰ ਖੱਤ ਭੇਜੇ ਨੇ ਕਾਬਲ ਕੰਧਾਰ ਤੱਕ, ਕਿਤੇ ਗੁਰੂ ਤੇਗ ਬਹਾਦਰ ਸਾਹਿਬ ਇੱਧਰ ਨਾ ਹੋਣ, ਕਿਤੇ ਸਵਾਤ ਦੀਆਂ ਘਾਟੀਆਂ ਪਹਾੜੀਆਂ ਵਿੱਚ ਨਾ ਹੋਣ। ਅੱਜ ਕੱਲ ਪਾਕਿਸਤਾਨ ਕਹਿੰਦੇ ਕਿਤੋਂ ਵੀ ਇਹੋ ਜਿਹਾ ਖੱਤ ਨਾ ਮਿਲਿਆ ਜਿਸ 'ਚ ਸੁਨੇਹਾ ਲਿਖਿਆ ਹੋਵੇ ਜੀ ਸਤਿਗੁਰ ਅਸੀਂ ਵੇਖੇ, ਨਹੀਂ ਮਿਲਿਆ।
ਪਰ ਜੇ ਅੱਜ ਉਹ ਸੁਨੇਹਾ ਮਿਲਣ ਦੀ ਤਕੀਦ ਹੈ ਉਹ ਸਿਰਫ ਆਗਰੇ ਵਿੱਚੋਂ ਹੈ। ਪੂਰਬ ਉੱਤਰ ਪਸ਼ਚਮ ਦੱਖਣ ਖੋਜਤ ਰਹੇ ਨਾ ਲਹਿਓ ਵਿਚਖਣ। ਹੁਣ ਕਿਲੇਦਾਰ ਕਹਿੰਦਾ ਮੇਰੇ ਕੋਲ ਫੌਜ 400 ਹੈ ਤੇ ਮੈਂ ਔਰੰਗਜ਼ੇਬ ਨੂੰ ਖੱਤ ਭੇਜ ਕੇ ਦਿੱਲੀ ਤੋਂ 5000 ਬੰਦਾ ਹੋਰ ਮੰਗਾ ਲਾਂਗਾ। ਕਹਿੰਦਾ ਜਨਾਬ 400 ਬਹੁਤ ਹੈ, 20-25 ਮੇਰੇ ਕੋਲ ਸਿਪਾਹੀ ਨੇ ਥਾਣੇ 'ਚ, 400 ਤੁਸੀਂ ਭੇਜਦੇ ਹੋ, ਨਾਲ ਤੁਸੀਂ ਚੱਲੋ। ਆਪਾਂ ਆਗਰੇ ਦੇ ਉਸ ਬਾਗ ਨੂੰ ਪਾ ਕੇ ਘੇਰਾ, ਸਿੱਖਾਂ ਦੇ ਗੁਰੂ ਨੂੰ ਅਰੈਸਟ ਕਰਦੇ ਆ। ਆਖੋ ਸਤਨਾਮ। ਗ੍ਰਿਫਤਾਰ ਕਰਨ ਤੋਂ ਬਾਅਦ ਕਿਲੇ ਵਿੱਚ ਲੈ ਕੇ ਆਵਾਂਗੇ, ਪਹਿਲਾ ਈਨ ਆਪਾਂ ਮਨਾਵਾਂਗੇ, ਉਸ ਤੋਂ ਬਾਅਦ ਔਰੰਗਜ਼ੇਬ ਨੂੰ ਖੁਸ਼ਖਬਰੀ ਭੇਜਾਂਗੇ। ਕਹਿੰਦੇ ਜਦੋਂ ਬਾਦਸ਼ਾਹ ਖੁਸ਼ਖਬਰੀ ਸੁਣੇਗਾ ਉਹ ਸਾਨੂੰ ਬੁਲਾ ਕੇ ਇਨਾਮ ਦੇਗਾ। ਇਨਾਮ ਆ ਪਾਪ ਦੇ ਪੰਜਾਬ ਦੀ ਧਰਤੀ ਤੇ ਬੜਾ ਹੋਇਆ। ਕੋਈ ਸਮਾਂ ਸੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਲੋਕ ਤਰੱਕੀਆਂ ਲੈਣ ਵਾਸਤੇ ਮਾਮਾ ਦੇ ਪੁੱਤਾਂ ਨੂੰ ਖੜਿਆਂ ਕਰਕੇ ਲਾਈਨਾਂ 'ਚ ਗੋਲੀਆਂ ਨਾਲ ਛਲਣੀ ਕਰ ਦਿੰਦੇ ਸੀ। ਮੈਨੂੰ ਡੀਐਸਪੀ ਬਣਾ ਦਿਓ, ਐਸਐਸਪੀ ਬਣਾ ਦਿਓ। ਇਹ ਕੁਝ ਚੱਲਦਾ ਰਿਹਾ, ਇਹ ਕੋਈ ਨਵਾਂ ਕੰਮ ਨਹੀਂ। ਇਹ ਜਨੋਸਾਈਡ ਕਤਲੇਆਮ ਉਦੋਂ ਵੀ ਹੁੰਦੇ ਸੀ। ਕਹਿੰਦੇ ਗੁਰੂ ਸਾਹਿਬ ਨੂੰ ਆਪਾਂ ਗ੍ਰਿਫਤਾਰ ਕਰਕੇ ਆਗਰੇ ਦੇ ਕਿਲੇ 'ਚ, ਆਗਰੇ ਦਾ ਕਿਲਾ ਕਿਹੜਾ ਹੈ? ਅੱਜ ਵੀ ਤੁਸੀਂ ਤਾਜ ਮਹਿਲ ਜਾਓਗੇ ਤੇ ਬਿਲਕੁਲ ਨੇੜੇ ਹੈ। ਉਸ ਕਿਲੇ ਵਿੱਚ ਜਿੱਥੇ ਸ਼ਾਹਜਹਾਂ ਬਾਦਸ਼ਾਹ ਨੂੰ, ਜਿਹਨੇ ਉਹ ਤਾਜ ਮਹਿਲ ਬਣਾਇਆ, ਉਹਨੂੰ ਕੁੱਤੇ ਦੀ ਮੌਤ ਮਾਰਿਆ ਗਿਆ। ਮਾਰਿਆ ਕਿਹਨੇ? ਪੁੱਤ ਨੇ। ਉਸ ਕਿਲੇ 'ਚ ਹੁਣ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਹੈ। ਜਿਵੇਂ ਗ੍ਰਿਫਤਾਰੀ ਹੋਏਗੀ ਉਹਦੇ ਵਿੱਚ ਕੀ ਕੁਝ ਹੋਏਗਾ, ਇਹ ਪ੍ਰਸੰਗਾਂ ਦੀ ਆਰੰਭਤਾ ਦਰਦ ਭਰਿਆਂ ਦੀ ਅੱਜ ਤੋਂ ਹੋਈ ਹੈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੁੱਖਾਂ ਵਿੱਚ ਕਿਵੇਂ ਮੁਸਕਰਾਉਂਦੇ, ਜਿਵੇਂ ਕੰਡਿਆਂ ਵਿੱਚ ਗੁਲਾਬ ਮੁਸਕਰਾਉਂਦਾ। ਆਖੋ ਸਤਨਾਮ। ਕੋਈ ਦੁੱਖ ਨਹੀਂ, ਕਰਨ ਵਾਲੇ ਆਪ ਹੀ ਨੇ। ਕਰਨ ਕਰਾਵਨ ਆਪੇ ਆਪ। ਮਾਨੁਖ ਕਹਿ ਕਿਛ ਨਾਹੀ ਹਾਥ, ਨਾ ਕੋਤਵਾਲ ਨਾ ਸੂਬਾ ਨਾ ਸਿਪਾਹੀ, ਕਿਸੇ ਦੇ ਹੱਥ ਕੁਛ ਨਹੀਂ। ਆਪਣੀਆਂ ਖੇਡਾਂ ਵਰਤਾਉਂਦੇ ਤੇ ਆਪ ਹੀ ਖੇਡ ਰਹੇ ਨੇ। ਜੋ ਕੁਝ ਕਰਨਗੇ ਮਰ ਜਾਗੇ, ਕੱਲ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।